अपने जन संग राते, जन संग राते दिनस राते, एक निमख मनहु ना विसरै। गोपाल गुण निध सदा संगे, सर्ब गुण जगदीसरै। मन मोहे लीना चरण संगे, नाम रस जन माते। नानक प्रीतम कृपाल सदहूँ, किनै कोट मधे जाते। प्रीतम तेरी गत अगम अपारे, महापतित तुम तारे। पतित पावन भगत वत्सल, कृपा सिंधु सुआमिया। संत संगे भजन संगे, रौ सदा अंतर जामिया। कोट जन्म प्रमंत जोनी, ते नाम सिमरत तारे। नानक दर्श प्यास हर जियो, आप लेहो सम्हारे। कोट जन्म प्रमंत जोनी, ते नाम सिमरत तारे। नानक दर्श प्यास हर जियो, आप लेहो सम्हारे। वाहिगुरु जी का खालसा, वाहिगुरु जी की फतेह। करो तिरन ते मोहे जाहे, गरीब निवाज न दूसर तो सो। फूल छिमो हमरी प्रभ अपन, फूलन हार कहाँ को मुसो। सेव करी तुम रहतिन कै, सब ही ग्रह देखियत द्रब परोसो। या कल मैं सब काल कृपान के, भारी पुजान को भारी परोसो। नह समर्थं नह सेवकं, नह प्रीत परम पुरखोत्तमं। तो प्रसाद सिमरते नमं, नानक कृपाल हर हर गुरं। मुकुचरै शास्त्र खट, पिंग गिरन चढ़ जाए। अंध लखै बदरो सुनै, जो काल कृपा कराए। अंध लखै बदरो सुनै, जो काल कृपा कराए। जुगो जुग अटल चवर छत्र तखत दे मालक, राजान राज भानान भान। देवान देव उपमा महान, कोट ब्रह्मंडा दे मालक। जग दी जोत जाहर जहूर, हाजरा हजूर, सर्ब कला भरपूर। जगत गुरु धन धन सतगुरु श्री गुरु ग्रंथ साहिब महाराज जी दी
ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਇਓ। ਯਾਹੀ ਕਾਜ ਧਰਾ ਹਮ ਜਨਮੰ, ਸਮਝ ਲਿਹੋ ਸਾਧੂ ਸਭ ਮਨ ਮੰਗ। ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕਉ ਮੂਲ ਉਪਾੜਨ। ਧੰਨ ਧੰਨ ਕਲਗੀਧਰ ਪਿਤਾ ਬਾਲਾ ਪ੍ਰੀਤਮ, ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ। ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ। ਹਕ ਹਕ ਆਗਾਹ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਅੰਮ੍ਰਿਤ ਵੀ ਦੀਵਾਨ ਸਜ ਰਹੇ ਹਨ। ਅੰਮ੍ਰਿਤਮਈ ਸੁੰਦਰ ਦੀਵਾਨਾਂ ਵਿੱਚ ਪੰਜ ਬਾਣੀਆਂ ਦਾ ਨਿਤਨੇਮ, ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ, ਸ੍ਰੀ ਆਸਾ ਕੀ ਵਾਰ ਜੀ ਦੇ ਪਾਵਨ ਕੀਰਤਨ, ਹਜ਼ੂਰੀ ਰਾਗੇ ਸਿੰਘਾਂ ਪਾਸੋਂ ਆਪ ਜੀਆਂ ਨੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਨੇ ਜੋ ਅੰਮ੍ਰਿਤ ਵੇਲੇ ਮੁਖਵਾਕ ਦੀ ਬਖਸ਼ਿਸ਼ ਕੀਤੀ ਹੈ, ਆਓ ਉਸ ਦੀ ਸੂਖਮ ਵਿਚਾਰ ਨਾਲ ਜੁੜਨਾ ਕਰੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਲਵਾਈਏ। ਗੱਜ ਵੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੇ ਸਿਰਤਾਜ ਨਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਸੋਰਠ ਰਾਗ ਦੇ ਵਿੱਚ ਪਾਵਨ ਮੁਖਵਾਕ ਬਖਸ਼ਿਸ਼ ਕਰਦੇ ਨੇ। ਸੋਰਠ ਮਹੱਲਾ ਨਾਵਾ। ਮਨ ਰੇ ਕੌਣ ਕੁਮਤ ਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ। ਰਾਮ ਭਗਤ ਨਹਿ ਕੀਨੀ ਰਹਾਉ, ਮੁਕਤ ਪੰਥ ਜਾਨਿਓ ਤੈ ਨਾਹਨ। ਧਨ ਜੋਰਨ ਕਉ ਧਾਇਆ, ਅੰਤ ਸੰਗ ਕਾਹੂ ਨਹੀਂ ਦੀਨਾ। ਬਿਰਥਾ ਆਪ ਬੰਧਾਇਆ, ਨਾ ਹਰ ਭਜਿਓ ਨਾ ਗੁਰਜਨ ਸੇਵਿਓ। ਨਹਿ ਉਪਜਿਓ ਕਛ ਗਿਆਨਾ, ਘਟ ਹੀ ਮਾਹੇ ਨਿਰੰਜਨ ਤੇਰੈ। ਤੈ ਖੋਜਤ ਉਦਿਆਨਾ, ਬਹੁਤ ਜਨਮ ਭਰਮਤ ਤੈ ਹਾਰਿਓ। ਅਸਥਿਰ ਮਤ ਨਹੀਂ ਪਾਈ, ਮਾਨਸ ਦੇਹ ਪਾਏ ਪਦ ਹਰ ਭਜ। ਨਾਨਕ ਬਾਤ ਬਤਾਈ, ਮਾਨਸ ਦੇਹ ਪਾਏ ਪਦ ਹਰ ਭਜ। ਨਾਨਕ ਬਾਤ ਬਤਾਈ। ਸੁਰਠ ਰਾਗ ਵਿੱਚ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਪਾਵਨ ਮੁਖਵਾਕ ਬਖਸ਼ਿਸ਼ ਕਰਦੇ ਨੇ ਤੇ ਆਪਣੇ ਮਨ ਦੇ ਤਾਈਂ ਸੰਬੋਧਨ ਕਰਕੇ ਉਪਦੇਸ਼ ਬਖਸ਼ ਰਹੇ ਨੇ ਲੋਕਾਂ ਦੇ ਤਾਈਂ। ਕਹਿੰਦੇ ਨੇ ਮਨ ਰੇ ਕੌਣ ਕੁਮਤ ਤੈ ਲੀਨੀ। ਹੇ ਮਨਾ, ਤੂੰ ਕਿਹੋ ਜਿਹੀ ਪੁੱਠੀ ਮਤ, ਪੁੱਠੀ ਵਿਚਾਰ ਧਾਰਨ ਕੀਤੀ ਹੋਈ ਹੈ। ਪਰਦਾਰਾ ਨਿੰਦਿਆ ਰਸ ਰਚਿਓ। ਰਾਮ ਭਗਤ ਨਹਿ ਕੀਨੀ। ਤੇ ਖੋਟੀ ਮਤ ਕੀ ਹੈ? ਜਿਹੜੀ ਪਰਾਏ ਇਸਤਰੀਆਂ ਵੱਲ ਉਹਨਾਂ ਦਾ ਚਿੰਤਨ ਕਰਨਾ, ਪਰਾਏ ਨਿੰਦਿਆ ਦਾ ਰਸ ਲੈਣਾ ਤੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਤੋਂ ਸਖਣੇ ਹੋਣਾ, ਪਰਮਾਤਮਾ ਦਾ ਨਾਮ ਸਿਮਰਨ ਨਾ ਕਰਨਾ, ਉਹਦੇ ਧੰਨਵਾਦੀ ਨਾ ਹੋਣਾ, ਇਹ ਖੋਟੀ ਬੁੱਧ ਹੈ, ਇਹ ਖੋਟੀ ਮਤ ਹੈ। ਅਸਲ ਦੇ ਵਿੱਚ ਇਸ ਸਮੇਂ ਜਿਹੜਾ ਕਲਯੁਗ ਦਾ ਸਮਾਂ ਹੈ, ਇਹਦੇ ਵਿੱਚ ਦੋ ਹੀ ਚੀਜ਼ਾਂ ਜਿਹੜੀਆਂ ਨੇ ਨਾ, ਇਹ ਪ੍ਰਧਾਨ ਨੇ, ਜਿਹਨੂੰ ਆਪਾਂ ਕਲਯੁਗ ਵੀ ਕਹਿ ਦਿੰਦੇ ਹਾਂ, ਕਲਯੁਗ ਦੇ ਲੱਛਣ ਵੀ ਕਹਿ ਦਿੰਦੇ ਹਾਂ। ਇੱਕ ਪਰਾਏ ਇਸਤਰੀ ਦਾ ਅਤੇ ਇੱਕ ਪਰਾਏ ਧਨ ਦਾ ਅਤੇ ਪਰਾਏ ਨਿੰਦਿਆ ਦਾ। ਭਗਤ ਨਾਮਦੇਵ ਜੀ ਬੜਾ ਸੋਹਣਾ ਬਚਨ ਕਰਦੇ ਨੇ। ਪਰਦਾਰਾ ਪਰ ਨਿੰਦਾ, ਪਰਦਾਰਾ ਪਰ ਹਰੀ, ਤਾਕੇ ਨਿਕਟ ਬਸੇ ਨਰ ਹਰੀ। ਕਹਿੰਦੇ ਜਿਹਨੇ ਪਰਾਏ ਇਸਤਰੀ ਦਾ ਚਿੰਤਨ ਛੱਡ ਦਿੱਤਾ, ਪਰਾਏ ਨਿੰਦਿਆ ਵਾਲੇ ਪਾਸੇ ਆਪਣੇ ਆਪ ਨੂੰ ਹਟਾ ਲਿਆ, ਪਰਾਏ ਧਨ ਨੂੰ ਵੇਖਣ ਵਾਲੇ ਪਾਸੇ ਆਪਣੇ ਚਿੱਤ ਨੂੰ ਨਾ ਜਾਣ ਦਿੱਤਾ,
ਉਹਦੇ ਨੇੜੇ ਪ੍ਰਤੱਖ ਰੂਪ ਦੇ ਵਿੱਚ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਵਾਸਾ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ। ਤੇ ਅੱਜ ਜਿਹੜਾ ਸਮਾਂ ਹੈ ਬਹੁਤਾਤ ਵਿੱਚ ਸਾਰਾ ਜਿਹੜਾ ਸੰਸਾਰ ਹੈ ਇਹਨਾਂ ਦੋਹਾਂ ਚੀਜ਼ਾਂ ਦੇ ਵਿੱਚ ਹੀ ਸਾਧ ਸੰਗਤ ਜੀ ਰੁੜਿਆ ਜਾ ਰਿਹਾ ਹੈ, ਇੱਕ ਪਰਾਈ ਇਸਤਰੀ ਵੱਲ, ਇੱਕ ਪਰਾਏ ਧਨ ਵੱਲ। ਭਾਵੇਂ ਆਪ ਬੰਦਾ ਘੱਟ ਕਮਾਉਂਦਾ ਹੋਵੇ ਜਾਂ ਵੱਧ ਕਮਾਉਂਦਾ ਹੋਵੇ, ਉਹਦੀ ਨਿਗਾਹ ਹਮੇਸ਼ਾ ਪਰਾਏ ਧਨ ਵੱਲ ਹੁੰਦੀ ਹੈ ਵੀ ਅਗਲੇ ਕੋਲ ਪੈਸਾ ਕਿੱਥੋਂ ਆ ਰਿਹਾ ਹੈ, ਅਗਲੇ ਨੇ ਗੱਡੀ ਕਿੱਥੋਂ ਲੈ ਲਈ ਹੈ, ਕੀ ਸਾਧਨ ਨੇ, ਕੀ ਕਰ ਰਿਹਾ ਹੈ। ਹਮੇਸ਼ਾ ਮਨ ਦੇ ਵਿੱਚ ਇਹੀ ਸੋਚਣਾ ਹੈ, ਦ੍ਰਿਸ਼ਟੀ ਜਿਹੜੀ ਹੈ ਬਾਹਰ ਮੁਖੀ ਹੋਣੀ ਹੈ, ਹਰ ਵੇਲੇ ਪਾਸੇ ਹਰ ਸਮੇਂ ਇਹੀ ਚਿੰਤਨ ਕਰਨਾ ਕਿ ਦੂਜਿਆਂ ਕੋਲ ਕੀ ਹੈ, ਅਤੇ ਆਪਣੇ ਘਰ ਵਾਲੀ ਛੱਡ ਕਰਕੇ ਦੂਜਿਆਂ ਦੀ ਇਸਤਰੀਆਂ ਵੱਲ ਤੱਕਣਾ। ਗੁਰਬਾਣੀ ਦਾ ਫਰਮਾਨ ਹੈ, ਆਪਣੀ ਇਸਤਰੀ ਤਿਆਗੇ ਅੰਧਾ, ਪਰ ਨਾਰੀ ਸਿਉ ਘਾਲੇ ਧੰਦਾ। ਆਪਣੀ ਇਸਤਰੀ ਦੇ ਨਾਲ ਆਪਣੀ ਘਰ ਵਾਲੀ ਨਾ ਛੱਡ ਕਰਕੇ ਅਤੇ ਪਰਾਈ ਇਸਤਰੀਆਂ ਦੇ ਵੱਲ ਬੁਰੀ ਨਿਗਾਹ ਦੇ ਨਾਲ ਤੱਕਣਾ, ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ ਕਲਯੁਗ ਦੇ ਵਿੱਚ ਪ੍ਰਧਾਨ ਹੋਣਗੀਆਂ ਅਤੇ ਹੈਗੀਆਂ ਨੇ। ਗੁਰੂ ਮਹਾਰਾਜ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਕਥਨ ਕਰਦੇ ਨੇ, ਪਰਾਈ ਇਸਤਰੀ ਵੱਲ ਅਤੇ ਪਰਾਏ ਨਿੰਦਿਆ ਵੱਲ ਹਮੇਸ਼ਾ ਜਦੋਂ ਵੀ ਕੋਈ ਦੋ ਬੰਦੇ ਮਿਲਦੇ ਹੋਣ ਅਤੇ ਸਾਧ ਸੰਗਤ ਜੀ ਤੀਜੇ ਬੰਦੇ ਬਾਰੇ ਗੱਲ ਕਰਦੇ ਹੁੰਦੇ ਨੇ। ਹਮੇਸ਼ਾ ਹੀ ਇਹ ਸੁਭਾਅ ਹੋ ਗਿਆ ਹੈ ਬੰਦੇ ਦਾ, ਅਤੇ ਨਾ ਚਾਹੁੰਦਿਆਂ ਹੋਇਆਂ ਵੀ ਬੰਦਾ ਨਿੰਦਿਆ ਦੇ ਵਿੱਚ ਪ੍ਰੇਰਿਤ ਹੋ ਹੀ ਜਾਂਦਾ ਹੈ। ਬੰਦਾ ਇਹ ਨਹੀਂ ਸੋਚਦਾ ਕਿ ਨਿੰਦਿਆ ਕਰਨੀ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਓ ਕਿਹਾ ਕਰਦੇ ਸਨ ਵੀ ਸ਼ੇਰ ਨੂੰ ਬੱਕਰੀ ਕਹਿਣਾ ਅਤੇ ਬੱਕਰੀ ਨੂੰ ਸ਼ੇਰ ਕਹਿ ਦੇਣਾ ਇਹ ਨਿੰਦਿਆ ਹੁੰਦੀ ਹੈ। ਭਾਵ ਕਿ ਜੋ ਨਾ ਹੋਏ ਅਣਹੋਈ ਗੱਲ ਕਹਿ ਦੇਣੀ, ਜਿਹੜੀ ਹੈ ਨਹੀਂ ਉਹ ਗੱਲ ਕਹਿਣੀ, ਉਸ ਨੂੰ ਨਿੰਦਿਆ ਕਹਿੰਦੇ ਨੇ। ਪਰ ਫਿਰ ਵੀ ਸਾਨੂੰ ਸੰਕੋਚ ਕਰਨਾ ਚਾਹੀਦਾ ਹੈ। ਰਹਿਤਨਾਮਿਆਂ ਦੇ ਵਿੱਚ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਬੜਾ ਹੀ ਸਖਤ ਬਚਨ ਕਰਦੇ ਨੇ, ਕਹਿੰਦੇ ਨੇ ਵੀ ਜਿਹੜਾ ਤੰਬਾਕੂ ਖਾਂਦਾ ਹੈ ਨਾ, ਉਹ ਕੁਝ ਕੁ ਜੂਨਾਂ ਜਿਹੜੀਆਂ ਨੇ ਭੁਗਤਦਾ ਹੈ। ਸ਼ਰਾਬ ਪੀਣ ਵਾਲਾ ਹੈ, ਨਸ਼ੇ ਪੱਤੇ ਆਦਿ ਕਰਨ ਵਾਲਾ, ਕੁਝ ਕੁ ਜੂਨਾਂ ਜਿਹੜੀਆਂ ਨੇ ਦੁੱਖ ਰੂਪ ਵਿੱਚ ਉਹਨੂੰ ਪ੍ਰਾਪਤ ਹੁੰਦੀਆਂ ਨੇ। ਪਰ ਜਿਹੜਾ ਬੰਦਾ ਨਿੰਦਿਆ ਕਰਦਾ ਨਾ ਕਿਸੇ ਦੀ, ਉਹਨੂੰ ਅਨੇਕਾਂ ਹੀ ਜਨਮਾਂ ਵਿੱਚ ਸਾਧ ਸੰਗਤ ਜੀ ਦੁੱਖ ਭੋਗਣੇ ਪੈਂਦੇ ਹਨ। ਇਸ ਕਰਕੇ ਇਹਨਾਂ ਬੁਰੀਆਂ ਆਦਤਾਂ ਨਾਲੋਂ ਨਿੰਦਿਆ ਕਰਨਾ ਸਭ ਤੋਂ ਭੈੜੀ ਗੱਲ ਹੈ। ਨਿੰਦੋ ਨਾਹੀ ਕਾਹੂ ਬਾਤੇ ਹੋ ਖਸਮ ਕਾ ਕੀਨਾ। ਕਿਉਂ ਕਿਸੇ ਦੀ ਨਿੰਦਿਆ ਕਰਨੀ, ਕਿਉਂ ਕਿਸੇ ਨੂੰ ਮਾੜਾ ਕਹਿਣਾ। ਆਪਣੇ ਅੰਦਰ ਆਪਣੇ ਔਗੁਣਾਂ ਨੂੰ ਝਾਕਣਾ ਹੈ। ਧਰਮ ਦੇ ਰਸਤੇ ਵਿੱਚ ਜਿਹੜਾ ਸਾਡੇ ਤੋਂ ਅੱਗੇ ਹੈ ਉਹਦੀ ਰੀਸ ਕਰਨੀ ਹੈ, ਅਤੇ ਸੰਸਾਰ ਪਦਾਰਥਾਂ ਵਿੱਚ ਜਿਹੜਾ ਆਪਣੇ ਤੋਂ ਛੋਟਾ ਹੈ, ਗਰੀਬ ਹੈ, ਉਹਦੇ ਵਾਲੇ ਪਾਸੇ ਵੇਖ ਕੇ ਪਰਮਾਤਮਾ ਦੇ ਧੰਨਵਾਦੀ ਹੋਣਾ ਹੈ ਕਿ ਪਰਮਾਤਮਾ ਸ਼ੁਕਰ ਹੈ ਤੂੰ ਇੰਨੇ ਮੈਨੂੰ ਪਦਾਰਥ ਦਿੱਤੇ ਨੇ। ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਨੇ, ਰਾਮ ਭਗਤ ਨਹਿ ਕੀਨੀ। ਪਰਮੇਸ਼ਰ ਜੋ ਸਾਰਿਆਂ ਦੇ ਵਿੱਚ ਰਮੰਤੀ ਸਾ ਰਾਮਾ, ਸਾਰਿਆਂ ਦੇ ਵਿੱਚ ਜੋ ਰਮਿਆ ਹੋਇਆ ਹੈ ਉਹਦੀ ਭਗਤੀ ਨਹੀਂ ਕੀਤੀ। ਵਿਸ਼ਰਾਮ ਦੇ ਕਰਕੇ ਕਥਨ ਕਰਦੇ ਨੇ, ਮੁਕਤ ਪੰਥ ਜਾਣਿਓ ਤੈ ਨਾਹਨ, ਧਨ ਜੋਰਨ ਕੋ ਧਾਇਆ। ਭੱਜ ਕਰਕੇ ਦੌੜ ਕਰਕੇ ਰਾਤ ਦਿਨ ਪੈਸਾ ਇਕੱਠਾ ਕਰਨ ਵਿੱਚ ਲੱਗਾ ਹੋਇਆ ਹੈ। ਮੁਕਤੀ ਦਾ ਜਿਹੜਾ ਰਸਤਾ ਸੀ, ਜੋ ਆਤਮਾ ਨੂੰ ਪਰਮਾਤਮਾ ਦੇ ਵਿੱਚ ਵਿਲੀਨ ਕਰਨ ਦਾ ਜਿਹੜਾ ਰਸਤਾ ਸੀ, ਉਸ ਨੂੰ ਜਾਣਿਆ ਹੀ ਨਹੀਂ। ਭਗਤੀ ਸਹਿਤ ਗਿਆਨ ਦਾ ਰਸਤਾ ਜਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਦੱਸਣਾ ਕੀਤਾ ਸੰਸਾਰ ਦੇ ਤਾਈਂ, ਉਹਦੇ ਵਾਲੇ ਪਾਸੇ ਕਦੀ ਮੂੰਹ ਨਹੀਂ ਕੀਤਾ। ਨਿਤਨੇਮ ਵਾਲੇ ਪਾਸੇ ਕਦੀ ਮੂੰਹ ਨਹੀਂ ਕੀਤਾ। ਆਪਣੇ ਆਪ ਨੂੰ, ਆਪਣੀ ਜ਼ਿੰਦਗੀ ਨੂੰ ਚੜ੍ਹਦੀ ਕਲਾ ਵਿੱਚ ਲਿਆਉਣ ਵਾਸਤੇ ਕੋਈ ਯਤਨ ਨਹੀਂ ਕੀਤਾ, ਅਤੇ ਹਰ ਵੇਲੇ ਭਜ ਨੱਠ ਧਨ ਜੋਰਨ ਕੋ ਧਾਇਆ। ਹਰ ਵੇਲੇ ਪੈਸੇ ਇਕੱਠੇ ਕਰਨ ਵਿੱਚ ਲੱਗਾ ਹੋਇਆ ਹੈ। ਅੰਤ ਸੰਗ ਕਾਹੂ ਨਹੀਂ ਦੀਨਾ। ਅਖੀਰ ਦੇ ਵੇਲੇ, ਅਖੀਰ ਦੇ ਸਮੇਂ ਕਿਸੇ ਨੇ ਸਾਥ ਨਹੀਂ ਜੇ ਦਿੱਤਾ, ਬਿਰਥਾ ਆਪ ਬੰਧਾਇਆ। ਮਾਇਆ ਦੇ ਮੋਹ ਦੇ ਵਿੱਚ ਆਪਣੇ ਆਪ ਨੂੰ ਇਸਨੇ ਬੰਨ੍ਹ ਲਿਆ ਹੈ। ਨਾ ਹਰ ਭਜਿਓ ਨਾ ਗੁਰਜਨ ਸੇਵਿਓ, ਨਹਿ ਭਜਿਓ ਕਛ ਗਿਆਨਾ। ਨਾ ਹੀ ਹਰੀ ਦੀ ਬੰਦਗੀ ਕੀਤੀ, ਨਾ ਭਜਨ ਸਿਮਰਨ ਕੀਤਾ।
ਨਾ ਹੀ ਸਤਿਗੁਰਾਂ ਦੇ ਤੇ ਸਾਧ ਸੰਗਤ ਦੀ ਸੇਵਾ ਕੀਤੀ, ਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਗਿਆਨ ਪੈਦਾ ਹੋਇਆ ਹਿਰਦੇ ਦੇ ਵਿੱਚ ਕਿ ਸਰੀਰ ਨਾਸ਼ਵੰਤ ਹੈ, ਸੰਸਾਰ ਨਾਸ਼ਵੰਤ ਹੈ, ਪਰਿਵਾਰ ਨਾਸ਼ਵੰਤ ਹੈ। ਇੱਕੋ ਹੀ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਜੋ ਸਦੀਵੀ ਹੈ, ਅਬਨਾਸੀ ਹੈ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਇੱਕੋ ਵੇਸ ਹੈ। ਉਸ ਪਰਮਾਤਮਾ ਦੇ ਤਾਈਂ ਜਾਣਿਆ ਨਹੀਂ, ਘਟ ਹੀ ਮਾਹੇ ਨਿਰੰਜਨ ਤੀਰੈ, ਤੈ ਖੋਜਤ ਉਦਿਆਨਾ। ਹਿਰਦੇ ਦੇ ਵਿੱਚ ਉਹ ਮਾਇਆ ਕਾਲਖ ਤੋਂ ਰਹਿਤ ਪਰਮੇਸ਼ਰ ਸ਼ੁੱਧ ਸਰੂਪ, ਸ਼ੁੱਧ ਚੇਤਨ ਸਰੂਪ, ਉਹ ਸਾਧ ਸੰਗਤ ਜੀ ਪ੍ਰਤੱਖ ਰੂਪ ਦੇ ਵਿੱਚ ਹਿਰਦੇ ਵਿੱਚ ਵਸਿਆ ਹੋਇਆ ਹੈ। ਤੂੰ ਭੁਲੇਖੇ ਵਿੱਚ ਆਣ ਕਰਕੇ ਜੰਗਲਾਂ ਦੇ ਵਿੱਚ ਟੱਕਰਾਂ ਮਾਰ ਰਿਹਾ ਹੈ, ਜੰਗਲਾਂ ਦੇ ਵਿੱਚ ਜਾ ਕਰਕੇ ਰੱਬ ਦੇ ਤਾਈਂ ਭਾਲਣ ਦੀ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਤਾਂ ਤੇਰੇ ਹਿਰਦੇ ਦੇ ਵਿੱਚ ਵਸਿਆ ਹੋਇਆ ਹੈ। ਭਾਵ ਕਿ ਜਿਹੜੀ ਵਸਤੂ ਅੰਦਰ ਹੈ ਉਸ ਨੂੰ ਬਾਹਰ ਲੱਭਣੀ ਇਹ ਕਿੱਡੀ ਮੂਰਖਤਾਈ ਹੈ। ਤੇ ਦੱਸਿਆ ਵੀ ਤੇ ਸਮਝ ਵੀ ਨਹੀਂ ਆਉਂਦੀ। ਜੇ ਗੁਰੂ ਮਹਾਰਾਜ ਦੱਸ ਵੀ ਰਹੇ ਨੇ ਕਿ ਹਿਰਦੇ ਦੇ ਵਿੱਚ ਹੀ ਰੱਬ ਹੈ, ਤਾਂ ਵੀ ਸਾਧ ਸੰਗਤ ਜੀ ਜਿਵੇਂ ਧਰਤੀ ਦੇ ਅੰਦਰ ਪਾਣੀ ਹੈ, ਉਹਨੂੰ ਪਾਣੀ ਕੱਢਣ ਦਾ ਯਤਨ ਵੀ ਆਉਣਾ ਚਾਹੀਦਾ ਹੈ। ਉਹ ਹਰੇਕ ਦੇ ਵੱਸ ਦੀ ਗੱਲ ਨਹੀਂ। ਇਸੇ ਵਾਸਤੇ ਕਹਿੰਦੇ ਨੇ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ, ਗੁਰਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੈ। ਗੁਰੂ ਤੋਂ ਬਗੈਰ ਹਿਰਦੇ ਦੇ ਅੰਦਰਲਾ ਬ੍ਰਹਮ ਦਿਸਦਾ ਨਹੀਂ, ਤੇ ਗੁਰੂ ਤੋਂ ਬਗੈਰ ਬਾਹਰੀ ਸਾਧ ਸੰਗਤ ਜੀ ਸਾਰੀ ਜ਼ਿੰਦਗੀ, ਸਾਰੀ ਉਮਰ, ਕਈ ਜਨਮ ਭਟਕਣੇ ਦੇ ਵਿੱਚ ਹੀ ਬਤੀਤ ਹੋ ਰਹੀ ਹੈ। ਇਸ ਤਰ੍ਹਾਂ ਦੀ ਹਾਲਤ ਹੈ ਮਨੁੱਖ ਦੀ। ਬਹੁਤ ਜਨਮ ਭਰਮਤ ਤੈ ਹਾਰਿਓ, ਅਸਥਿਰ ਮਤ ਨਹੀਂ ਪਾਈ। ਅਡੋਲ ਹਿਰਦਾ, ਅਸਥਿਰ ਮਤ ਜਿਹੜੀ ਹੈ, ਜਤ ਪਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ। ਭਉ ਖੱਲਾ ਗੰਤ ਬਤਾਓ, ਭਾਂਡਾ ਭਾਓ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸਚੀ ਟਕਸਾਲ, ਨਾਨਕ ਨਦਰੀ ਨਦਰ ਨਿਹਾਲ। ਇਸ ਤਰ੍ਹਾਂ ਸਾਧ ਸੰਗਤ ਜੀ ਆਪਣੀ ਬੁੱਧੀ ਨੂੰ ਸਥਿਰ ਨਹੀਂ ਕੀਤਾ, ਟਿਕਾਇਮਾਨ ਨਹੀਂ। ਹਮੇਸ਼ਾ ਹੀ ਸਾਧ ਸੰਗਤ ਜੀ ਮਲਟੀਟਾਸਕਿੰਗ ਕਰਨੀ, ਹਮੇਸ਼ਾ ਹੀ 2-2 3-3 ਕੰਮ ਇੱਕ ਵੇਲੇ ਕਰਨ ਜਾਣਾ। ਇਸ ਨੂੰ ਕਹਿੰਦੇ ਨੇ ਵਾਰ-ਵਾਰ ਸਾਧ ਸੰਗਤ ਜੀ ਮਨ ਜਿਹੜਾ ਹੈ ਡਿਸਟਰੈਕਟ ਹੁੰਦਾ ਹੈ। ਵਾਰ-ਵਾਰ ਮਨ ਦੀ ਚਿਤਵਨੀ ਜਿਹੜੀ ਹੈ ਉਹ ਅਸਥਿਰ ਨਹੀਂ ਰਹਿੰਦੀ। ਕਦੀ ਕਹਿੰਦਾ ਜਪਜੀ ਸਾਹਿਬ ਪੜ੍ਹ ਲਵਾਂ, ਕਦੀ ਸੋਚਦਾ ਮਨ ਨਹੀਂ ਸੁਖਮਨੀ ਸਾਹਿਬ ਪੜ੍ਹ ਲਈਏ, ਫਿਰ ਸੋਚਦਾ ਨਹੀਂ ਝਾੜੂ ਫੇਰ ਲਈਏ, ਫਿਰ ਸੋਚਦਾ ਨਹੀਂ ਚੌਰ ਸਾਹਿਬ ਦੀ ਸੇਵਾ ਕਰ ਲਵਾਂਗੇ। ਮਨ ਸਾਧ ਸੰਗਤ ਜੀ ਇੱਕ ਕੰਮ ਨੂੰ ਫੜਦਾ ਨਹੀਂ। ਹਰ ਵੇਲੇ ਭਗਤੀ ਕਰਨ ਵਾਲਾ ਬੰਦਾ ਵੀ ਦੁਚਿੱਤੀ ਦੇ ਵਿੱਚ ਪੈ ਜਾਂਦਾ ਹੈ ਕਿ ਸੇਵਾ ਕਰਨੀ ਹੈ ਤੇ ਕਿਹਦੀ ਕਰਨੀ ਹੈ, ਕਦੋਂ ਕਰਨੀ ਹੈ, ਕਿੱਥੇ ਕਰਾਂਗੇ, ਬੈਠ ਕੇ ਬਾਣੀ ਪੜ੍ਹੀਏ ਕਿ ਖਲੋ ਕੇ ਬਾਣੀ ਪੜ੍ਹੀਏ। ਇਸ ਤਰ੍ਹਾਂ ਬੁੱਧੀ ਜਿਹੜੀ ਹੈ ਹਮੇਸ਼ਾ ਹੀ, ਕਿਉਂਕਿ ਬੁੱਧੀ ਬਹੁਤ ਬਲਸ਼ਾਲੀ ਹੈ, ਦਿਮਾਗ ਬਹੁਤ ਤਗੜਾ ਹੈ, ਅਤੇ ਆਪਣੇ ਵੇਗ ਦੇ ਵਿੱਚ ਮਨੁੱਖ ਨੂੰ ਲੈ ਕੇ ਹੀ ਜਾਂਦਾ ਹੈ। ਇਸ ਕਰਕੇ ਮਹਾਰਾਜ ਜੀ ਨੇ ਗੁਰੂ ਦੇ ਆਸਰੇ ਲੈ ਕਰਕੇ ਅਸਥਿਰ ਮਤ ਨਹੀਂ ਪਾਏ ਨੇ, ਆਪਣੇ ਮਨ ਨੂੰ, ਆਪਣੀ ਬੁੱਧੀ ਨੂੰ ਟਿਕਾਇਆ ਨਹੀਂ। ਬਹੁਤ ਜਨਮ ਭਰਮਤ ਤੈ ਹਾਰਿਓ, ਬਹੁਤਾ ਜਨਮ ਭਰਮ ਦੇ ਵਿੱਚ ਪਿਆ ਹੋਇਆ ਹੈ। ਜਿਵੇਂ ਕੋਈ ਸਰਦਾਰ ਜੀ ਦਸਤਾਰ ਸਜਾਉਣੀ ਹੋਵੇ ਅਤੇ ਬੱਚੇ ਨੂੰ ਹੱਥ 'ਚ ਸ਼ੀਸ਼ਾ ਫੜਾਇਆ ਹੋਵੇ ਅਤੇ ਉਹਨੂੰ ਕਹਿੰਦਾ ਨਾ ਵੀ ਪੁੱਤ ਵੀ ਸ਼ੀਸ਼ੇ ਨੂੰ ਹਿਲਾਉਣਾ ਨਹੀਂ ਹੈ, ਮੈਂ ਦਸਤਾਰ ਸਜਾ ਰਿਹਾ ਹਾਂ। ਅਤੇ ਜੇ ਬੱਚਾ ਵਾਰ-ਵਾਰ ਸ਼ੀਸ਼ਾ ਹਿਲਾਈ ਜਾਵੇ ਅਤੇ ਦਸਤਾਰ ਤਾਂ ਨਹੀਂ ਨਾ ਸੋਹਣੀ ਵੱਜਣੀ ਆ। ਇਸੀ ਤਰ੍ਹਾਂ ਹੀ ਜਿੰਨਾ ਚਿਰ ਬੁੱਧੀ ਸਥਿਰ ਨਹੀਂ ਹੁੰਦੀ, ਟਿਕਦੀ ਨਹੀਂ, ਉਹਨਾਂ ਚਿਰ ਗੁਰਬਾਣੀ ਦਾ ਇੱਕ ਅੱਖਰ ਦਾ ਗਿਆਨ ਵੀ ਹਿਰਦੇ ਵਿੱਚ ਸਮਾਉਂਦਾ ਨਹੀਂ ਹੈ। ਸਥਿਰ ਹੋਵੇਗਾ ਜਿਵੇਂ ਜਾਗ ਲਾਉਂਦੇ ਹਨ ਨਾ, ਅਤੇ ਸਾਧ ਸੰਗਤ ਜੀ ਜੇ ਭਾਂਡੇ ਨੂੰ ਹਿਲਾਈ ਜਾਵਾਂਗੇ ਫਿਰ ਤਾਂ ਜਾਗ ਨਹੀਂ ਨੇ ਲੱਗਣੀ, ਦਹੀਂ ਨਹੀਂ ਨੇ ਜੰਮਣਾ, ਵਿੱਚੋਂ ਮੱਖਣ ਨਹੀਂ ਨਿਕਲਣਾ। ਟਿਕਾ ਹੋਣਾ ਬਹੁਤ ਜ਼ਰੂਰੀ ਹੈ। ਜੇ ਟਿਕਾ ਨਾ ਹੋਵੇ ਫਿਰ ਸਾਧ ਸੰਗਤ ਜੀ ਬਾਣੀ ਦਾ ਗਿਆਨ ਹਿਰਦੇ ਵਿੱਚ ਵਸਦਾ ਨਹੀਂ। ਭਜ ਨੱਠ 'ਚ ਨਿਤਨੇਮ ਕਰ ਲੈਣਾ, ਭਜ ਨੱਠ 'ਚ ਰਹਿਰਾਸ ਕਰ ਲੈਣੀ ਹੈ, ਭਜ ਨੱਠ 'ਚ ਕੀਰਤਨ ਸਵੇਲੇ ਦਾ ਜਾਪ ਕਰ ਲੈਣਾ, ਭੱਜੋ ਭਜਾਈ ਕਥਾ ਕਰਨੀ ਹੈ, ਛੇਤੀ ਨਾਲ ਮੁਕਾਓ ਜੀ, ਛੇਤੀ ਛੇਤੀ ਕੀਰਤਨ ਕਰੋ ਜੀ, ਤੇਜ਼ੀ ਦੇ ਨਾਲ ਕਰੋ ਜੀ, ਤੇਜ਼ ਬੋਲੋ ਜੀ। ਕਈ ਸਾਨੂੰ ਵੀ ਇੱਥੇ ਸਿਖਾਉਣ ਵਾਸਤੇ ਆ ਜਾਂਦੇ ਨੇ, ਬਾਬਾ ਜੀ ਥੋੜ੍ਹਾ ਤੇਜ਼ ਬੋਲਿਆ ਕਰੋ। ਫਿਰ ਕਈ ਕਹਿੰਦੇ ਨੇ ਬਾਬਾ ਜੀ ਥੋੜ੍ਹੀ ਹੌਲੀ ਬੋਲਿਆ ਕਰੋ।
ਹੁਣ ਅੱਜ ਕਿਹਦੇ ਆਖੇ ਲੱਗੀ, ਤੇਜ਼ ਕਥਾ ਕਰੀਏ ਕਿ ਹੌਲੀ ਕਥਾ ਕਰੀਏ? ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਕਈ ਸਾਧ ਸੰਗਤ ਜੀ ਗਿਆਨ ਦੇਣ ਵਾਸਤੇ ਆਉਂਦੇ ਨੇ ਗੁਰੂ ਘਰਾਂ ਦੇ ਵਿੱਚ, ਮਾਫ਼ ਕਰਨਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਅਸਥਿਰ ਮਤ ਨਹੀਂ ਪਾਈ, ਬੁੱਧੀ ਜਿਹੜੀ ਹੈ ਟਿਕੀ ਨਹੀਂ। ਮਾਨਸ ਦੇਹ ਪਾਏ ਪਦ ਹਰ ਭਜ, ਨਾਨਕ ਬਾਤ ਬਤਾਏ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉੱਤਮ ਬਾਤ, ਉੱਤਮ ਗੱਲ ਜਿਹੜੀ ਇਹ ਕਹੀ ਹੈ, ਕਹਿੰਦੇ ਮਨੁੱਖਾ ਸਰੀਰ ਤੈਨੂੰ ਪ੍ਰਾਪਤ ਹੋਇਆ ਹੈ, ਇਹਦੀ ਕਦਰ ਕਰ, ਇਹਦੀ ਪਾਲਣਾ ਕਰ। ਇਹਦੇ ਵਿੱਚ ਵਾਹਿਗੁਰੂ ਵਸਦਾ ਹੈ, ਇਹਦੇ ਨਾਲ ਵਾਹਿਗੁਰੂ ਨੂੰ ਪ੍ਰਾਪਤੀ ਕਰਨ ਦੇ ਸਾਧਨ ਕਰ। ਨਿਤ ਕਰਮ ਨਿਮਿਤ ਕਰਮ ਆਦਿ ਕਰਕੇ ਰੱਬ ਦੀ ਬੰਦਗੀ ਕਰ, ਭਜਨ ਬੰਦਗੀ ਕਰਕੇ ਆਪਣੇ ਸਰੀਰ ਨੂੰ ਸਫਲਾ ਜਾਣ। ਇਹ ਤੇਰੇ ਅਵਸਰ, ਇਹ ਤੇਰੀ ਬਾਰ। ਘਟ ਭੀਤਰ ਤੂੰ ਦੇਖ ਵਿਚਾਰ, ਤੂੰ ਵਿਚਾਰਦਾ ਕਿਉਂ ਨਹੀਂ ਆਪਣੇ ਅੰਦਰ? ਇਹ ਕਿਉਂ ਨਹੀਂ ਸੋਚਦਾ ਕਿੰਨੀ ਕੁ ਉਮਰ ਤੇਰੀ ਬਤੀਤ ਹੋ ਗਈ ਹੈ, ਹੋਰ ਕਿੰਨੀ ਕੁ ਉਮਰ ਰਹਿੰਦੀ ਹੈ? ਸਵਾਸਾਂ ਦਾ ਕੋਈ ਪਤਾ ਨਹੀਂ ਹੈ। ਪਰਮੇਸ਼ਰ ਦੀ ਸਤਸੰਗ 'ਚ ਭਜਨ ਬੰਦਗੀ ਕਰਨ ਵਾਲੀ ਜਿਹੜੀ ਜ਼ਿੰਦਗੀ ਹੈ ਉਹੀ ਚੰਗੀ ਹੈ, ਜਿਹਦੇ ਵਿੱਚ ਕਈ ਜਨਮਾਂ ਤੋਂ ਜਿਹੜੀ ਭਟਕਣਾ ਹੈ ਮਨੁੱਖ ਦੀ, ਆਤਮਾ ਦੀ, ਜੀਵ ਦੀ, ਇਹਦੇ ਤੋਂ ਛੁਟਕਾਰਾ ਹੋ ਸਕਦਾ ਹੈ। ਇਹ ਪਾਵਨ ਉਪਦੇਸ਼, ਵਿਰਾਗਮੀ ਉਪਦੇਸ਼ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ। ਹੁਣ ਜੋ ਲੜੀਵਾਰ ਮਲਾਰ ਰਾਗ ਦੇ ਵਿੱਚ ਕਥਾ ਚੱਲ ਰਹੀ ਹੈ, ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰੋ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਮਲਾਰ ਛੰਤ ਮਹੱਲਾ ਪੰਜਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਮਲਾਰ ਰਾਗ ਦੇ ਬਾਰੇ ਬਚਨ ਕੀਤੇ ਨੇ। ਮਲਾਰ ਸੀਤਲ ਰਾਗ ਹੈ, ਹਰ ਧਿਆਏ ਸ਼ਾਂਤ ਹੋਏ। ਮਲਾਰ ਰਾਗ ਗਾਉਣ ਦੇ ਨਾਲ ਮਨ ਦੀ ਬਿਰਤੀ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ। ਹਰ ਧਿਆਏ ਸ਼ਾਂਤ ਹੋਏ। ਮਲਾਰ ਰਾਗ ਦੇ ਵਿੱਚ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾਉਣ ਕਰਕੇ ਹਰ ਪਾਸੇ ਸ਼ਾਂਤੀ ਪ੍ਰਾਪਤ ਹੁੰਦੀ ਹੈ। ਇਹ ਮਲਾਰ ਰਾਗ ਸੰਪੂਰਨ ਜਾਤੀ ਦਾ ਰਾਗ ਹੈ। ਭਾਵ ਕਿ ਸਾਰੇ ਗਾ ਮਾ ਪਾ ਧਾ ਨੀ, ਇਹ ਸੱਤੇ ਸੁਰ ਮਲਾਰ ਰਾਗ ਦੇ ਵਿੱਚ ਲੱਗਦੇ ਨੇ। ਦੋਵੇਂ ਨਿਸ਼ਾਦ ਜਿਹੜੇ ਨੇ, ਕੋਮਲ ਨੀ ਅਤੇ ਸ਼ੁੱਧ ਨੀ, ਦੋਵੇਂ ਲੱਗਦੇ ਨੇ ਮਲਾਰ ਰਾਗ ਦੇ ਵਿੱਚ। ਇਹ ਸਾਧ ਸੰਗਤ ਜੀ ਵਰਖਾ ਦੀ ਰਿਤੂ ਦੇ ਵਿੱਚ ਹਰ ਵੇਲੇ ਇਸ ਨੂੰ ਗਾਉਣ ਦੀ ਹਿਦਾਇਤ ਹੈ। ਅਤੇ ਉੱਦਾਂ ਸਾਧ ਸੰਗਤ ਇਸ ਰਾਗ ਨੂੰ ਰਾਤ ਦੇ ਤੀਜੇ ਪਹਿਰ, ਭਾਵ ਕਿ ਰਾਤਰੀ ਦੇ 3 ਵਜੇ ਤੋਂ ਲੈ ਕਰਕੇ 6 ਵਜੇ ਤੱਕ ਇਸ ਰਾਗ ਦਾ ਸਮਾਂ ਹੈ ਗਾਇਨ ਕਰਨ ਦਾ। ਇਹ ਰਾਗ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਇਸ ਰਾਗ ਦੇ ਵਿੱਚ ਛੰਤ ਉਚਾਰਨ ਕਰਦੇ ਨੇ। ਛੰਤ ਸਾਧ ਸੰਗਤ ਜੀ ਕਾਵ ਪਦ ਦੀ ਰਚਨਾ ਵਿੱਚ ਛੰਤ ਸ਼ਾਸਤਰ ਬਹੁਤ ਹੀ ਮਹੀਨ, ਬਹੁਤ ਹੀ ਬਰੀਕ ਅਤੇ ਬਹੁਤ ਹੀ ਵਿਸਥਾਰ ਵਾਲਾ ਇਹ ਸਬਜੈਕਟ ਹੈ। ਗੁਰਬਾਣੀ ਦੇ ਵਿੱਚ ਬਹੁਤ ਸਾਰੇ ਛੰਤ ਆਉਂਦੇ ਨੇ, ਜਿਵੇਂ ਜਾਪ ਸਾਹਿਬ ਦੇ ਵਿੱਚ ਭੁਜੰਗ ਪ੍ਰਿਆਤ ਛੰਦ, ਰਸਾਵਲ ਛੰਦ, ਏਕ ਅੱਖਰੀ ਛੰਦ, ਹਰ ਬੋਲ ਮਨਾ ਛੰਦ। ਇਸ ਤਰ੍ਹਾਂ ਕਈ ਤਰ੍ਹਾਂ ਦੇ ਛੰਦ ਜਿਹੜੇ ਨੇ ਪ੍ਰਾਪਤ ਹੁੰਦੇ ਹਨ। ਗੁਰਬਾਣੀ ਵਿੱਚ ਵੀ ਕਈ ਤਰ੍ਹਾਂ ਦੇ ਸਵਈਏ, ਕਈ ਤਰ੍ਹਾਂ ਦੇ ਕਵਿਤ, ਇਹ ਸਾਧ ਸੰਗਤ ਜੀ ਉਹਦੇ ਦਰਸ਼ਨ ਹੁੰਦੇ ਨੇ। ਇਹ ਇਸ ਰਾਗ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਛੰਤ ਉਚਾਰਨ ਕੀਤਾ ਹੈ। ਮਹੱਲਾ ਪੰਜਵਾ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਸੋਮੇ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਇਸ ਪਾਵਨ ਰਾਗ ਦੇ ਵਿੱਚ ਸ਼ਬਦ ਉਚਾਰਨ ਕਰਦੇ ਨੇ। ਸ਼ਬਦ ਉਚਾਰਨ ਕਰਨ ਤੋਂ ਪਹਿਲਾਂ ਬੀਜ ਮੰਤਰ ਉਚਾਰਦੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਵਾਹਿਗੁਰੂ ਇੱਕ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਸਜਾਤੀ ਵਿਜਾਤੀ ਸਵੈਗਤ ਭੇਦ ਰਹਿਤ ਹੈ। ਸਤ ਕਹਿੰਦੇ ਨੇ ਤਿੰਨਾਂ ਕਾਲਾਂ ਦੇ ਵਿੱਚ ਸੱਚਾ ਹੈ, ਤ੍ਰੀ ਕਾਲ ਆਬਾਦ ਹੈ। ਗੁਰ ਕਹਿੰਦੇ ਨੇ ਗਿਆਨ ਰੂਪ ਹੈ। ਗੁਰ ਕਹਿੰਦੇ ਨੇ ਚੇਤਨ ਰੂਪ ਹੈ। ਪ੍ਰਸਾਦ ਕਹਿੰਦੇ ਨੇ ਸਵਾਦਾਂ ਤੋਂ ਪਰੇ ਹੈ। ਗੁਰੂ ਦੀ ਕਿਰਪਾ ਦੇ ਨਾਲ ਹੀ ਇੱਕ ਓੰਕਾਰ ਪ੍ਰਸਾਦ ਰੂਪ ਦੇ ਵਿੱਚ ਪ੍ਰਾਪਤ ਹੁੰਦਾ ਹੈ।
ਪ੍ਰੀਤਮ ਪ੍ਰੇਮ ਭਗਤ ਕੇ ਦਾਤੇ। ਸੰਸਾਰ ਦੇ ਵਿੱਚ ਸਾਧ ਸੰਗਤ ਜੀ ਬਹੁਤ ਸਾਰੇ ਜਿਹੜੇ ਧਾਰਮਿਕ ਗ੍ਰੰਥ ਨੇ ਨਾ, ਇਹ 3 ਖੰਡਾਂ ਦੇ ਵਿੱਚ ਵੰਡੇ ਗਏ ਨੇ। ਇੱਕ ਕਰਮ ਕਾਂਡ, ਇੱਕ ਭਗਤੀ ਕਾਂਡ ਅਤੇ ਇੱਕ ਗਿਆਨ ਕਾਂਡ। ਕਈ ਗ੍ਰੰਥ ਜਿਹੜੇ ਨੇ ਨਿਰੇ ਗਿਆਨ ਕਾਂਡ, ਨਿਰੀ ਫਿਲਾਸਫੀ ਜਿਹੜੀ ਹੈ ਉਹਦੇ 'ਤੇ ਲਿਖੇ ਗਏ ਨੇ। ਕਈ ਗ੍ਰੰਥ ਜਿਹੜੇ ਨੇ ਉਹਦੇ ਵਿੱਚ ਕਰਮ ਦੀ ਫਿਲਾਸਫੀ ਹੈ, ਕਰਮ ਬਾਰੇ ਲਿਖਿਆ ਹੈ। ਕਿੰਨੇ ਵਜੇ ਉੱਠਣਾ, ਕਿੰਨੇ ਵਜੇ ਸੌਣਾ, ਕਿੰਨੇ ਵਜੇ ਇਸ਼ਨਾਨ ਕਰਨਾ, ਕਿੰਨੇ ਵਜੇ ਇਸ਼ਨਾਨ ਕਰਨ ਦਾ ਕੀ ਫਲ ਪ੍ਰਾਪਤ ਹੁੰਦਾ ਹੈ, ਕਿਹੜੇ ਪੁੰਨ ਨੇ, ਕਿਹੜੇ ਪਾਪ ਨੇ, ਕਿਹੜੇ ਪਰਉਪਕਾਰ ਨੇ, ਪਾਪ ਕਰਨ ਦਾ ਕੀ ਫਲ ਹੈ, ਪੁੰਨ ਕਰਨ ਦਾ ਕੀ ਫਲ ਹੈ, ਪਰਉਪਕਾਰ ਕਰਨ ਨਾਲ ਕੀ ਹੋਵੇਗਾ। ਇਸ ਤਰ੍ਹਾਂ ਬਹੁਤ ਜ਼ਿਆਦਾ ਕਰਮਾਂ ਦੇ ਉੱਤੇ ਜਿਹੜਾ ਹੈ, ਖਾਸ ਕਰਕੇ ਵੇਦਾਂ ਦੇ ਵਿੱਚ 80% ਜਿਹੜੇ ਸੂਤਰ ਨੇ, ਜਿਹੜੀ ਸ਼ਰੂਤੀਆਂ ਨੇ ਨਾ, ਉਹਦੇ ਵਿੱਚ ਕਰਮ ਦੀ ਗੱਲ ਕੀਤੀ ਹੈ। ਇਸ ਕਰਕੇ ਬਹੁਤ ਸਾਰੇ ਜਿਹੜੇ ਸਾਡੇ ਦੇਸ਼ ਦੇ ਲੋਕ ਨੇ ਉਹ ਕਰਮ ਕਾਂਡੀ ਨੇ। ਕਰਮ ਕਾਂਡ ਕਹਿੰਦੇ ਨੇ ਸਾਧ ਸੰਗਤ ਜੀ ਸਬਜੈਕਟ ਨੂੰ, ਕਾਂਡ ਕਹਿੰਦੇ ਨੇ ਲੈਸਨ ਨੂੰ, ਕਾਂਡ ਕਹਿੰਦੇ ਨੇ ਚੈਪਟਰ ਨੂੰ। ਇਸ ਤਰ੍ਹਾਂ ਬਹੁਤ ਸਾਰੇ ਗ੍ਰੰਥ ਕਰਮ ਦੇ ਉੱਤੇ ਲਿਖੇ ਗਏ ਨੇ ਅਤੇ ਬਹੁਤ ਸਾਰੇ ਗ੍ਰੰਥ ਉਪਾਸਨਾ ਭਾਵ ਭਗਤੀ ਦੇ ਉੱਤੇ ਲਿਖੇ ਗਏ ਨੇ। ਭਗਤੀ ਦੀ ਕਿਵੇਂ ਭਗਤੀ ਕਰਨੀ ਹੈ, ਭਗਤੀ ਦੇ ਕਿੰਨੇ ਸਰੂਪ ਨੇ, ਭਗਤੀ ਦੇ ਕਿੰਨੇ ਸਾਧਨ ਨੇ, ਭਗਤ ਕੌਣ ਹੁੰਦਾ ਹੈ, ਉਹ ਭਗਤ ਦੇ ਕਿੰਨੇ ਸਾਧ ਸੰਗਤ ਜੀ ਉਹਦੀ ਅਵਸਥਾਵਾਂ ਹੁੰਦੀਆਂ ਹਨ। ਇਸ ਤਰ੍ਹਾਂ ਬਹੁਤ ਜ਼ਿਆਦਾ ਵਿਸਥਾਰ ਦੇ ਨਾਲ ਸਾਧ ਸੰਗਤ ਜੀ ਭਗਤੀ ਦੇ ਉੱਤੇ ਲਿਖਿਆ ਹੋਇਆ ਹੈ। ਜਿਹੜਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਹੈ, ਇਹਦੇ ਵਿੱਚ ਸਾਧ ਸੰਗਤ ਜੀ ਕਰਮ ਵੀ ਹੈ, ਭਗਤ ਵੀ ਹੈ, ਭਗਤੀ ਵੀ ਹੈ ਅਤੇ ਗਿਆਨ ਕਾਂਡ ਵੀ ਹੈ। ਤਿੰਨੇ ਕਾਂਡ ਜਿਹੜੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਨੇ। ਜਿਵੇਂ ਕਿ ਗੁਰਬਾਣੀ ਦਾ ਕਥਨ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਠਰ ਨਾਮ ਧਿਆਵੈ। ਇਹ ਕਰਮ ਦੀ ਗੱਲ ਹੋ ਰਹੀ ਹੈ ਵੀ ਸਵੇਰੇ ਉੱਠਣਾ ਆ, ਨਿਤ ਕਰਮ ਹੈ, ਨਿਮਿਤ ਕਰਮ ਹੈ, ਪ੍ਰਾਸ਼ਚਿਤ ਕਰਮ ਨੇ, ਪ੍ਰਾਲਬਧ ਕਰਮ ਨੇ। ਇਹ ਕਰਮ ਕਰਨ ਵਾਸਤੇ ਗੁਰਬਾਣੀ ਕਹਿ ਰਹੀ ਹੈ ਵੀ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਹੈ, ਉੱਠਦਿਆਂ ਸਾਰ ਸਿਮਰਨ ਕਰਨਾ ਹੈ, ਸਿਮਰਨ ਕਰਕੇ ਆਪਣਾ ਨਿਤਨੇਮ ਕਰਨਾ ਹੈ। ਫਿਰ ਸਾਧ ਸੰਗਤ ਜੀ ਆਪਣੇ ਕਾਰ ਵਿਹਾਰ ਵੀ ਕਰਨੇ ਨੇ, ਘਰ ਪਰਿਵਾਰ ਵਿੱਚ ਰਹਿ ਕਰਕੇ ਰੱਬ ਦੀ ਬੰਦਗੀ ਕਰਨੀ ਹੈ। ਇਹ ਸਾਰੇ ਕਰਮ ਦੀ ਫਿਲਾਸਫੀ ਹੈ। ਅਤੇ ਸਾਧ ਸੰਗਤ ਜੀ ਨਿਖਿਧ ਕਰਮ, ਜਿਹੜੇ ਪਾਪ ਕਰਮ ਨੇ ਉਹਦਾ ਫਲ ਵੀ ਦੱਸਿਆ ਹੈ। ਘੋਰ ਦੁਖਿਅੰ ਅਨਕ ਹਤਿਅੰ ਜਨਮ ਦਾਰਿਦ੍ਰੰ ਮਹਾ ਬਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਥ। ਇਹ ਵੀ ਦੱਸਿਆ ਕਿ ਪਾਪ ਕਰਮ ਨਾਸ਼ ਕਿਵੇਂ ਹੁੰਦੇ ਨੇ। ਇਸ ਤਰ੍ਹਾਂ ਕਰਮ ਦੀ ਗੱਲ ਕੀਤੀ ਹੈ, ਭਗਤੀ ਦੀ ਗੱਲ ਵੀ ਕੀਤੀ ਹੈ। ਤਾਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਲਿਖਦੇ ਨੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮਾ ਭਗਤੀ ਕੀਤੀ ਹੈ ਉਸੇ ਨੇ ਰੱਬ ਨੂੰ ਪ੍ਰਾਪਤ ਕੀਤਾ ਹੈ। ਇਕੱਲੇ ਕਰਮ ਦੇ ਨਾਲ ਨਹੀਂ, ਇਕੱਲੇ ਗਿਆਨ ਦੇ ਨਾਲ ਨਹੀਂ। ਨਿਰੀ ਸਾਧ ਸੰਗਤ ਜੀ ਰੁੱਖਾ ਗਿਆਨ ਜਿਹੜਾ ਹੈ ਉਹ ਵੀ ਮਨ ਦੇ ਵਿੱਚ ਹੰਕਾਰ ਪੈਦਾ ਕਰਦਾ ਹੈ। ਇਸ ਕਰਕੇ ਸਨਿਗਧ ਜਿਹੜਾ ਭਗਤੀ ਸਹਿਤ ਗਿਆਨ ਦਾ ਰਸਤਾ ਹੈ, ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਹੈ। ਵੀ ਗਿਆਨ ਵੀ ਹੋਵੇ ਅਤੇ ਭਗਤੀ ਵੀ ਹੋਵੇ, ਹਿਰਦੇ ਵਿੱਚ ਪ੍ਰੇਮ ਵੀ ਹੋਵੇ। ਰੁੱਖਾ ਗਿਆਨ ਨਾ ਹੋਵੇ, ਅਹਮ ਬ੍ਰਹਮ ਅਸਮੀ, ਹਮ ਕ੍ਰਿਸ਼ਨ ਹੈ, ਹਮ ਰਾਮ ਹੈ, ਹਮ ਮੁਹੰਮਦ ਸਾਹਿਬ, ਹਮੇ ਮੱਥਾ ਟੇਕੋ। ਇੱਦਾਂ ਨਹੀਂ, ਸਾਰਿਆਂ ਦੇ ਵਿੱਚ ਰੱਬ ਦੀ ਜੋਤ ਵੇਖਣੀ ਹੈ ਅਤੇ ਆਪਸ ਨੂੰ, ਆਪਣੇ ਆਪ ਨੂੰ ਨੀਵਾਂ ਜਾਣਨਾ ਹੈ। ਸਾਰਿਆਂ ਦੇ ਵਿੱਚ ਰੱਬ ਵੇਖਣਾ ਅਤੇ ਆਪਣੇ ਆਪ ਨੂੰ ਨੀਵਾਂ ਜਾਣਨਾ ਹੈ ਅਤੇ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਨੀ ਹੈ। ਭਗਤੀ ਦਾ ਵੀ ਹੰਕਾਰ ਨਹੀਂ ਕਰਨਾ, ਭਗਤੀ ਕਰਦਿਆਂ ਹੋਇਆਂ ਵੀ ਭਗਤੀ ਦਾ ਹੰਕਾਰ ਨਹੀਂ ਕਰਨਾ। ਭਗਤੀ ਵੀ ਕਰਨੀ ਹੈ ਅਤੇ ਵਾਸ਼ਨਾ ਤੋਂ ਰਹਿਤ ਕਰਨੀ ਹੈ। ਇਹ ਨਹੀਂ ਕਿ ਬਾਣੀ ਪੜ੍ਹਨੀ, ਕਥਾ ਕਰਨੀ, ਸਿਮਰਨ ਕਰਨਾ, ਕਥਾ ਸੁਣਨੀ, ਕੀਰਤਨ ਸੁਣਨਾ ਅਤੇ ਪਿੱਛੇ ਵਾਸ਼ਨਾਵਾਂ ਬੰਨ੍ਹ ਕਰਕੇ ਰੱਖਣੀਆਂ ਵੀ ਮੈਨੂੰ ਆਹ ਚਾਹੀਦਾ, ਮੈਨੂੰ ਉਹ ਚਾਹੀਦਾ, ਮਹਾਰਾਜ ਮੈਨੂੰ ਉਹ ਵੀ ਦੇ ਦਿਓ, ਮਹਾਰਾਜ ਮੈਨੂੰ ਆਹ ਵੀ ਦੇ ਦਿਓ। ਇੱਦਾਂ ਨਹੀਂ। ਇਹ ਜਿਹੜਾ ਸਾਧ ਸੰਗਤ ਜੀ ਖੱਟੀ ਦਸਤਾਰ ਆਪਾਂ ਸਜਾਉਂਦੇ ਹਾਂ, ਜਾਂ ਫਿਰ ਨਿਸ਼ਾਨ ਸਾਹਿਬ ਨੂੰ ਖੱਟਾ ਚੋਲਾ ਆਪਾਂ ਸਜਾਉਂਦੇ ਹਾਂ, ਇਹ ਸਾਧ ਸੰਗਤ ਜੀ ਪ੍ਰਤੀਕ ਹੈ। ਇੱਕ ਜਿਹੜਾ ਖੱਟਾ ਰੰਗ ਹੈ ਨਾ, ਇਹ ਪ੍ਰਤੀਕ ਹੈ
ਕਿ ਸਾਰੀਆਂ ਵਾਸ਼ਨਾਵਾਂ ਜਿਹੜੀਆਂ ਨੇ ਨਾ ਇਹਦੇ ਵਿੱਚ ਨਾਸ਼ ਕਰਨੀਆਂ ਨੇ। ਭਾਵ ਕਿ ਇਹਦਾ ਰੰਗ ਅਗਨੀ ਵਰਗਾ ਹੈ। ਅਗਨੀ ਕੀ ਕਰਦਾ ਹੈ? ਸਾੜਦਾ ਹੈ। ਇਹ ਜਿਹੜਾ ਬਸਤਰ ਪਾਇਆ ਹੈ, ਇਹ ਸਾਧ ਸੰਗਤ ਜੀ ਸਾਨੂੰ ਇਹ ਉਪਦੇਸ਼ ਦਿੰਦਾ ਹੈ ਕਿ ਅਸੀਂ ਆਪਣੇ ਮਨ ਦੇ ਸਾਰੀਆਂ ਇੱਛਾਵਾਂ ਜਿਹੜੀਆਂ ਨੇ ਉਹ ਖਤਮ ਕਰਨੀਆਂ ਨੇ, ਸਾੜ ਦੇਣੀਆਂ ਨੇ, ਮੁਕਾ ਦੇਣੀਆਂ ਨੇ। ਇਹ ਰੰਗ ਜਿਹੜਾ ਹੈ ਸਾਨੂੰ ਇਸ ਤਰ੍ਹਾਂ ਉਪਦੇਸ਼ ਬਖਸ਼ਿਸ਼ ਕਰਦਾ ਹੈ। ਇਸੇ ਤਰ੍ਹਾਂ ਮਨ ਦੀਆਂ ਇੱਛਾਵਾਂ ਖਤਮ ਹੋਣਗੀਆਂ, ਮੁੱਕ ਜਾਣਗੀਆਂ, ਜਾਂ ਬੰਦਾ ਮਾਰ ਲਵੇਗਾ, ਉਦੋਂ ਵੈਰਾਗ ਪੈਦਾ ਹੋਵੇਗਾ। ਜਦੋਂ ਵੈਰਾਗ ਪੈਦਾ ਹੋਵੇਗਾ ਉਦੋਂ ਮਾਇਆ ਦਾ ਛੁਟਕਾਰਾ ਹੋਵੇਗਾ। ਬਿਨ ਵੈਰਾਗ ਨ ਛੂਟਸ ਮਾਇਆ। ਵੈਰਾਗ ਤੋਂ ਬਗੈਰ ਮਾਇਆ ਦਾ ਛੁਟਕਾਰਾ ਨਹੀਂ। ਬਿਨ ਵੈਰਾਗ ਨ ਛੂਟਸ ਮਾਇਆ। ਮਾਇਆ ਤੋਂ ਬਗੈਰ, ਵੈਰਾਗ ਤੋਂ ਬਗੈਰ ਮਾਇਆ ਦਾ ਛੁਟਕਾਰਾ ਨਹੀਂ। ਅਤੇ ਵੈਰਾਗ ਧਾਰਨ ਕਰਕੇ ਹੀ ਪਰਮੇਸ਼ਰ ਦੀ ਭਗਤੀ ਹੁੰਦੀ ਹੈ। ਗੁਰੂ ਮਹਾਰਾਜ ਕਹਿੰਦੇ ਨੇ, ਸਤਿਗੁਰੂ ਗੁਰੂ ਅਰਜਨ ਦੇਵ ਜੀ, ਪ੍ਰੀਤਮ ਪ੍ਰੇਮ ਭਗਤ ਕੇ ਦਾਤੇ। ਅਕਾਲ ਪੁਰਖ ਵਾਹਿਗੁਰੂ ਜੀ ਪਿਆਰੇ ਪਰਮੇਸ਼ਰ ਜੀ ਹੈ, ਤੁਸੀਂ ਭਗਤੀ ਦੇ ਦਾਤੇ, ਦਾਨ ਦੇਣ ਵਾਲੇ ਹੋ ਆਪਣੇ ਪਿਆਰੇ ਗੁਰਮੁਖਾਂ ਨੂੰ। ਜਿਹੜੇ ਗੁਰਮੁਖ ਨੇ ਨਾ ਹਰੀ ਅਕਾਲ ਪੁਰਖ ਵਾਹਿਗੁਰੂ ਦੀ ਪ੍ਰੇਮਾ ਸਹਿਤ ਭਗਤੀ ਕਰਦੇ ਨੇ, ਉਹਨਾਂ ਨੂੰ ਭਗਤੀ ਦਾ ਦਾਨ ਦੇਣ ਵਾਲੇ ਹੋ। ਜਿਹੜੇ ਭਗਤੀ ਕਰਦੇ ਨੇ, ਭਗਤੀ ਮੰਗਦੇ ਨੇ। ਨਾਰਦ ਭਗਤੀ ਸੂਤਰ ਇੱਕ ਬੜਾ ਹੀ ਸੋਹਣਾ ਗ੍ਰੰਥ ਹੈ। ਉਹਦੇ ਵਿੱਚ ਸਾਧ ਸੰਗਤ ਜੀ 4 ਪ੍ਰਕਾਰ ਦੀ ਇਹ ਭਗਤੀ ਦੱਸੀ ਹੋਈ ਹੈ, ਅਤੇ 4 ਪ੍ਰਕਾਰ ਦੇ ਹੀ ਭਗਤ ਦੱਸੇ ਹੋਏ ਨੇ। ਇੱਕ ਤਾਂ ਸਾਧ ਸੰਗਤ ਜੀ ਦੁਖੀ ਹੋ ਕਰਕੇ ਪਰਮੇਸ਼ਰ ਦੀ ਭਗਤੀ ਕਰਨੀ। ਜਿਵੇਂ ਸਾਧ ਸੰਗਤ ਜੀ ਸੰਸਾਰ ਤੋਂ ਦੁੱਖ ਪ੍ਰਾਪਤ ਹੋਣਾ, ਅਤੇ ਦੁੱਖ ਪ੍ਰਾਪਤ ਹੋਣ ਕਰਕੇ ਮਨ ਵਿੱਚ ਵੈਰਾਗ ਪੈਦਾ ਹੋਣਾ, ਅਤੇ ਮਨ ਵਿੱਚ ਵੈਰਾਗ ਪੈਦਾ ਹੋ ਕਰਕੇ ਫਿਰ ਪਰਮੇਸ਼ਰ ਦੀ ਭਗਤੀ ਵਾਲੇ ਪਾਸੇ ਜੁੜਨਾ। ਇਹ ਸਾਧ ਸੰਗਤ ਜੀ ਅਰਥਾਰਥੀ ਭਗਤ ਕਹਿੰਦੇ ਨੇ ਇਹਨਾਂ ਨੂੰ। ਦੁਖੀ ਹੋ ਕਰਕੇ ਪਰਮਾਤਮਾ ਦੇ ਰਸਤੇ ਵਾਲੇ ਪਾਸੇ ਤੁਰਨਾ। ਬਹੁਤ ਸਾਰੇ ਜਿਹੜੇ ਭਗਤ ਨੇ ਨਾ, ਉਹ ਸਵੈ ਇੱਛਾ ਨਾਲ ਪ੍ਰੇਮ ਕਰਕੇ ਭਗਤੀ ਨਹੀਂ ਕਰਦੇ, ਦੁਖੀ ਹੋ ਕਰਕੇ ਭਗਤੀ ਕਰਦੇ ਨੇ। ਇਸੇ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਹਾ, ਦੁੱਖ ਦਾਰੂ ਸੁਖ ਰੋਗ ਭਇਆ। ਦੁੱਖ ਦਾਰੂ ਹੈ, ਕਿਉਂਕਿ ਜਿੰਨਾ ਚਿਰ ਦੁੱਖ ਨਹੀਂ ਨਾ ਆਉਂਦੇ ਅਸੀਂ ਵੀ ਗੁਰੂ ਘਰ ਵਾਲੇ ਪਾਸੇ ਮੂੰਹ ਨਹੀਂ ਕਰਦੇ। ਜਿੰਨਾ ਚਿਰ ਦੁੱਖ ਨਹੀਂ ਆਉਂਦੇ ਅਸੀਂ ਵੀ ਉਸ ਪਰਮੇਸ਼ਰ ਦੀ ਯਾਦ ਵਿੱਚ ਜੁੜਦੇ ਨਹੀਂ। ਦੁੱਖ ਕਰਕੇ ਹੀ ਪਰਮੇਸ਼ਰ ਦੀ ਯਾਦ ਆਉਂਦੀ ਹੈ। ਦੁੱਖ ਹੀ ਇਸ ਤਰ੍ਹਾਂ ਹੈ। ਭਾਵੇਂ ਦੁੱਖ ਕਰਕੇ ਕਈ ਉਲਮਾ ਵੀ ਦੇ ਦਿੰਦੇ ਨੇ ਵੀ ਰੱਬਾ ਅਸੀਂ ਤੇਰਾ ਕੀ ਵਿਗਾੜਿਆ ਹੈ, ਇੰਨੇ ਦੁੱਖ ਸਾਨੂੰ ਦੇ ਰਿਹਾ ਹੈ, ਪਰ ਯਾਦ ਤਾਂ ਹੋ ਰਹੀ ਹੈ, ਚਿੰਤਨ ਤਾਂ ਹੋ ਰਿਹਾ ਹੈ ਨਾ ਰੱਬ ਦਾ। ਦੁਖੀ ਹੋ ਕਰਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ, ਦੁਖੀ ਹੋ ਕਰਕੇ ਪਰਮੇਸ਼ਰ ਨੂੰ ਯਾਦ ਕਰਨਾ। ਸੁੱਖ ਵਿੱਚ ਬਹੁਤ ਘੱਟ ਲੋਕ ਨੇ ਜਿਹੜੇ ਸੁੱਖ ਦੇ ਵਿੱਚ ਰੱਬ ਨੂੰ ਯਾਦ ਕਰਦੇ ਨੇ, ਅਤੇ ਜਿਹੜੇ ਸੁੱਖ ਵਿੱਚ ਰੱਬ ਨੂੰ ਯਾਦ ਕਰਦੇ ਨੇ, ਹੰਕਾਰ ਨਹੀਂ ਕਰਦੇ, ਉਹ ਸਾਧ ਸੰਗਤ ਜੀ ਉਹਨਾਂ ਦੇ ਉੱਤੇ ਦੁੱਖ ਵੀ ਨਹੀਂ ਆਉਂਦੇ। ਗੁਰੂ ਮਹਾਰਾਜ ਕਥਨ ਕਰਦੇ ਨੇ, ਪ੍ਰੀਤਮ ਪ੍ਰੇਮ ਭਗਤ ਕੇ ਦਾਤੇ। ਜਿਹੜਾ ਭਗਤ ਤੱਤੇ ਨੂੰ ਸਿਹਾਰੀ ਭਗਤੀ ਜਿਹੜਾ ਸਰੂਪ ਹੈ ਨਾ, ਇਹ ਸਾਧ ਸੰਗਤ ਜੀ ਸੰਸਕ੍ਰਿਤ ਵਿਆਕਰਣ ਦੇ ਅਨੁਸਾਰ ਭਜ ਜਿਹੜੀ ਵਿਉਂਤਪੱਤੀ ਹੈ ਨਾ, ਸ਼ਬਦ ਦੀ ਉਤਪੱਤੀ ਜਿਹੜੀ ਹੈ ਭਗਤੀ ਦੀ, ਇਹ ਭਜ ਸ਼ਬਦ ਤੋਂ ਹੋਈ ਹੈ। ਅਤੇ ਪਿੱਛੇ ਜਿਹੜਾ ਹੈ ਕਿਤਨ ਜਿਹੜਾ ਪ੍ਰਤਯੈ ਹੈ ਇਹ ਲੱਗਦਾ ਹੈ। ਇਹ 2 ਪਦਾਂ ਦੇ ਨਾਲ ਭਗਤੀ ਜਿਹੜਾ ਸ਼ਬਦ ਬਣਿਆ ਹੋਇਆ ਹੈ। ਗੁਰੂ ਮਹਾਰਾਜ ਕਹਿੰਦੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਜਿਹੜੀ ਹੈ ਪਰਮੇਸ਼ਰ ਆਪ ਹੀ ਖੁਸ਼ ਹੋ ਕਰਕੇ ਬਖਸ਼ਿਸ਼ ਕਰਦਾ ਹੈ। ਆਪਣੇ ਜਨ ਸੰਗ ਰਾਤੇ। ਆਪਣੇ ਜਿਹੜੇ ਜਨ ਨੇ, ਭਗਤ ਨੇ, ਉਹਨਾਂ ਦੇ ਸੰਗ ਪਰਮੇਸ਼ਰ ਆਪ ਸਾਧ ਸੰਗਤ ਜੀ ਮਸਤ ਰਹਿੰਦਾ ਹੈ। ਗੁਰਮੁਖਾਂ ਦੇ ਨਾਲ ਹੀ ਹਰ ਵੇਲੇ ਨਾਲ ਨਾਰਾਇਣ ਮੇਰੇ, ਜਮਦੂਤ ਨ ਆਵੈ ਨੇਰੇ। ਹਮੇਸ਼ਾ ਹੀ ਰੱਬ ਦੀ ਬੰਦਗੀ ਕਰਨ ਵਾਲਿਆਂ ਦੇ ਨਾਲ ਪਰਮੇਸ਼ਰ ਮਸਤ ਰਹਿੰਦਾ ਹੈ। ਜਨ ਸੰਗ ਰਾਤੇ ਦਿਨਸ ਰਾਤੇ, ਇੱਕ ਨਿਮਖ ਮਨਹੁ ਨਾ ਵਿਸਰੈ। ਪਰਮੇਸ਼ਰ ਦੇ ਨਾਲ ਜਿਹੜੇ ਬੰਦਗੀ ਕਰਨ ਵਾਲੇ ਜੁੜੇ ਰਹਿੰਦੇ ਨੇ, ਅਤੇ ਪਰਮੇਸ਼ਰ ਆਪ ਉਹਨਾਂ ਦੇ ਨਾਲ ਮਸਤ ਰਹਿੰਦਾ ਹੈ। ਅਤੇ ਇੱਕ ਨਹੀਂ 2 ਨਹੀਂ, ਸਾਰਾ ਦਿਨ ਅਤੇ ਸਾਰੀ ਰਾਤ ਹੀ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ
ਜਿਹੜੇ ਨੇ ਨਾ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਵਿੱਚ ਰਤੇ ਰਹਿੰਦੇ ਨੇ ਅਤੇ ਪਰਮੇਸ਼ਰ ਉਹਨਾਂ ਦੇ ਵਿੱਚ ਮਸਤ ਰਹਿੰਦਾ ਹੈ। ਇੱਕ ਨਿਮਖ ਮਨੁ ਨ ਵੀਸਰੈ, ਅਤੇ ਇੱਕ ਨਿਮਖ ਮਾਤਰ ਵੀ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਵਿਸਾਰਦੇ ਨਹੀਂ। ਗੋਪਾਲ ਗੁਣ ਨਿਧ ਸਦਾ ਸੰਗੇ, ਸਰਬ ਗੁਣ ਜਗਦੀਸ਼ਰਾ। ਗੋਪਾਲ ਜੋ ਪ੍ਰਥਵੀ ਦਾ ਪਾਲਕ ਹੈ, ਗੋਪਾਲ ਗੋ ਜਿਹੜਾ ਹੈ ਗਰੀਬਾਂ ਦੀ ਪਾਲਣਾ ਕਰਨ ਵਾਲਾ ਪਰਮੇਸ਼ਰ, ਗੁਣ ਨਿਧ ਗੁਣਾਂ ਦਾ ਖਜ਼ਾਨਾ ਹੈ। ਸਦਾ ਸੰਗੇ, ਉਹ ਹਮੇਸ਼ਾ ਨੇੜੇ ਤੋਂ ਨੇੜੇ ਹੈ। ਸਦਾ ਅੰਗ ਸੰਗੇ ਭੰਗੰ ਵਿਭੂਤੇ, ਨੇੜੇ ਤੋਂ ਨੇੜੇ ਹੈ ਪਰਮੇਸ਼ਰ। ਸਰਬ ਗੁਣ ਜਗਦੀਸ਼ਰ ਹੈ, ਸਾਰੇ ਜਿੰਨੇ ਸ਼ੁਭ ਗੁਣ ਨੇ ਨਾ ਉਹ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਹੀ ਹਨ। ਜਗਤ ਦਾ ਉਹ ਈਸ਼ਰ ਹੈ, ਮਾਲਕ ਹੈ। ਮਨ ਮੋਹਿ ਲੀਨਾ ਚਰਨ ਸੰਗੇ, ਨਾਮ ਰਸ ਜਨ ਮਾਤੇ। ਪਰਮੇਸ਼ਰ ਦੇ ਜਿਹੜੇ ਚਰਨ ਨੇ ਨਾ ਉਹ ਕੀ ਨੇ? ਪਰਮੇਸ਼ਰ ਦੇ ਨਾਮ ਹੀ ਪਰਮੇਸ਼ਰ ਦੇ ਚਰਨ ਨੇ। ਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ ਜਾਪ ਸਾਹਿਬ ਵਿੱਚ, ਚਿੱਤ ਚਰਨ ਨਾਮ। ਇਹ ਚਰਨ ਕਿਹੜੇ ਨੇ? ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾ, ਇਹੀ ਚਰਨ ਨੇ ਪਰਮੇਸ਼ਰ ਦੇ। ਅਤੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਹੀ, ਭਾਵ ਨਾਮ ਦੇ ਨਾਲ ਹੀ ਮਨ ਜਿਹੜਾ ਹੈ ਮੋਹਿਆ ਗਿਆ ਹੈ, ਲਿਵਲੀਨ ਹੋਇਆ ਹੈ। ਇਸ ਤਰ੍ਹਾਂ ਨਾਮ ਰਸ ਜਨ ਮਾਤੇ। ਮਾਤੇ ਸ਼ਬਦ ਪੋਲਾ ਨਹੀਂ ਜੇ ਬੋਲਣਾ, ਖਿੱਚ ਕੇ ਬੋਲਣਾ ਹੈ। ਨਾਮ ਦੇ ਰੰਗ ਦੇ ਵਿੱਚ ਜਿਹੜੇ ਭਗਤ ਨੇ, ਭਗਤੀ ਕਰਨ ਵਾਲੇ, ਉਹ ਮਸਤ ਹੋਏ ਹਨ। ਨਾਨਕ ਪ੍ਰੀਤਮ ਕਿਰਪਾਲ ਸਦਹੂ, ਕਿੰਨਾ ਕੋਟ ਮਧੇ ਜਾਤੇ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਜੋ ਪ੍ਰੀਤਮ ਹੈ। ਤਿੰਨ ਚੀਜ਼ਾਂ ਹੁੰਦੀਆਂ ਨੇ, ਇੱਕ ਚੀਜ਼ ਪ੍ਰੀਯ, ਇੱਕ ਪ੍ਰੀਯਤਰ ਅਤੇ ਇੱਕ ਪ੍ਰੀਯਤਮ। ਜਿਹੜੀ ਪ੍ਰੀਯ ਚੀਜ਼ ਹੁੰਦੀ ਹੈ ਨਾ, ਜਿਵੇਂ ਸਾਧ ਸੰਗਤ ਜੀ ਜਿਹੜੇ ਧਨ ਪਦਾਰਥ ਹਨ, ਪਰਿਵਾਰ ਹਨ, ਇਹ ਬੰਦੇ ਨੂੰ ਪ੍ਰੀਯ ਤਾਂ ਹਨ, ਪਰ ਇਹਨਾਂ ਦੇ ਨਾਲੋਂ ਜੇ ਹੁਣ ਮਾਤਾ ਚੜ੍ਹਾਈ ਕਰ ਜਾਵੇ ਅਤੇ ਕੁਛ ਕੁ ਦਿਨ ਵਿਰਾਗ ਧਾਰਨ ਕਰੇਗਾ, ਪਰ ਫਿਰ ਸੋਚੇਗਾ ਨਹੀਂ ਮੈਂ ਤਾਂ ਜਿਉਂਦਾ ਹੈ ਨਾ ਹਲੇ। ਜੇ ਪਿਤਾ ਚੜ੍ਹਾਈ ਕਰ ਜਾਵੇ, ਜੇ ਘਰਵਾਲੀ ਚੜ੍ਹਾਈ ਕਰ ਜਾਵੇ, ਜੇ ਬੱਚਾ ਕੋਈ ਚੜ੍ਹਾਈ ਕਰ ਜਾਵੇ ਅਤੇ ਵਿਛੋੜਾ ਹੋ ਜਾਵੇ, ਜਾਂ ਸਾਧ ਸੰਗਤ ਜੀ ਧਨ ਪਦਾਰਥ ਖੁੱਸ ਜਾਵੇ, ਅਤੇ ਫਿਰ ਮਨ 'ਚ ਇਹ ਤਾਂ ਸੋਚਦਾ ਹੈ ਨਾ ਕਿ ਨਹੀਂ ਮੈਂ ਤਾਂ ਹਲੇ ਜਿਉਂਦਾ ਹਾਂ। ਇਸ ਕਰਕੇ ਇਹਨਾਂ ਸਾਰਿਆਂ ਪਦਾਰਥਾਂ ਨਾਲੋਂ ਮਨੁੱਖ ਜਿਹੜਾ ਹੈ ਆਪਣੇ ਆਪ ਨੂੰ ਬਹੁਤਾ ਪਿਆਰ ਕਰਦਾ ਹੈ। ਅਮਰੀਕਾ ਦੇ ਕੁਝ ਸਾਇੰਟਿਸਟਾਂ ਨੇ ਖੋਜ ਕੀਤੀ, ਇੱਕ ਬਾਂਦਰੀ ਨੂੰ ਉਹਦੇ ਬੱਚੇ ਦੇ ਨਾਲ ਸ਼ੀਸ਼ੇ ਦੇ ਡੱਬੇ ਦੇ ਵਿੱਚ, ਕੱਚ ਦੇ ਡੱਬੇ ਵਿੱਚ ਪਾਇਆ, ਅਤੇ ਥੱਲਿਓਂ ਦੀ ਸਾਧ ਸੰਗਤ ਜੀ ਉਹਨਾਂ ਨੇ ਪਾਣੀ ਛੱਡ ਦਿੱਤਾ। ਜਿੱਦਾਂ ਹੀ ਪਾਣੀ ਡੱਬੇ ਵਿੱਚ ਪ੍ਰਵੇਸ਼ ਹੋਇਆ ਅਤੇ ਬਾਂਦਰੀ ਨੇ ਕੀ ਕੀਤਾ, ਉਹ ਬੱਚੇ ਨੂੰ ਆਪਣੇ ਮੋਢੇ ਦੇ ਉੱਤੇ ਚੁੱਕ ਲਿਆ, ਅਤੇ ਹੌਲੀ ਹੌਲੀ ਜਿੱਦਾਂ ਹੀ ਪਾਣੀ ਦਾ ਲੈਵਲ ਜਿਹੜਾ ਵੱਧਦਾ ਗਿਆ, ਅਤੇ ਜਿੱਦਾਂ ਹੀ ਨੱਕ ਤੱਕ ਪਾਣੀ ਆਇਆ ਨਾ, ਛੇਤੀ ਦੇ ਨਾਲ ਬਾਂਦਰੀ ਨੇ ਬੱਚੇ ਨੂੰ ਪਾਣੀ 'ਚ ਡੁਬੋ ਕਰਕੇ ਆਪਣੇ ਪੈਰਾਂ ਹੇਠ ਦੇ ਕਰਕੇ ਆਪ ਉੱਚੀ ਹੋ ਕਰਕੇ ਸਾਹ ਲੈਣ ਲੱਗ ਪਈ। ਇਹਦਾ ਭਾਵ ਹੈ ਕਿ ਜਦੋਂ ਮੌਕਾ ਆ ਜਾਵੇ ਨਾ ਆਪਣੇ ਆਪ ਨੂੰ ਬਚਾਉਣ ਦਾ, ਫਿਰ ਸਾਧ ਸੰਗਤ ਜੀ ਆਪਣੇ ਆਪ ਨਾਲ ਬੰਦਾ ਵਧੇਕ ਪਿਆਰ ਕਰਦਾ ਹੈ, ਆਪਣੇ ਰਿਸ਼ਤੇਦਾਰਾਂ ਨਾਲੋਂ, ਸਾਕ ਸੰਬੰਧੀ ਨਾਲੋਂ, ਧਨ ਪਦਾਰਥ ਨਾਲੋਂ ਆਪਣੇ ਆਪ ਨਾਲ ਬੰਦਾ ਵਧੇਕ ਪਿਆਰ ਕਰਦਾ ਹੈ। ਅਤੇ ਜਦੋਂ ਸਾਧ ਸੰਗਤ ਜੀ ਇਸ ਸਰੀਰ ਵਿੱਚ ਕੁਝ ਨੁਕਸ ਪੈ ਜਾਵੇ, ਕੈਂਸਰ ਹੋ ਜਾਵੇ ਜਾਂ ਕੋਈ ਨਾਮੁਰਾਦ ਬਿਮਾਰੀ ਜੀ ਦਵਾਈਆਂ ਨਾਲ ਨਾ ਠੀਕ ਹੁੰਦੀ ਹੋਵੇ, ਇਹੋ ਜਿਹਾ ਕੋਈ ਰੋਗ ਚਿੰਬੜ ਜਾਵੇ, ਫਿਰ ਸਾਧ ਸੰਗਤ ਜੀ ਮਨੁੱਖ ਅਰਦਾਸ ਕਰਦਾ, ਹੇ ਗੁਰੂ ਮਹਾਰਾਜ ਇਸ ਸਰੀਰ ਤੋਂ ਵੀ ਛੁਟਕਾਰਾ ਦੇ। ਕਈ ਅਰਦਾਸਾਂ ਕਰਾਉਂਦੇ ਨੇ, ਮਹਾਰਾਜ ਬਹੁਤ ਦੁਖੀ ਹਾਂ, ਕਈ ਦਿਨਾਂ ਤੋਂ ਹਸਪਤਾਲ ਵਿੱਚ ਪਏ ਹੋਏ ਆ, ਹੁਣ ਇਸ ਸਰੀਰ ਤੋਂ ਛੁਟਕਾਰਾ ਦਿਓ। ਕਹਿਣ ਤੋਂ ਭਾਵ ਜਦੋਂ ਸਰੀਰ ਦੁੱਖ ਦੇਣ ਲੱਗ ਪਵੇ ਫਿਰ ਸਰੀਰ ਵੀ ਨਹੀਂ ਚਾਹੀਦਾ। ਜੇ ਭੈਣ ਭਰਾ ਦੁੱਖ ਦੇਣ ਲੱਗ ਪੈਣ, ਭੈਣ ਭਰਾ ਨਹੀਂ ਚਾਹੀਦੇ। ਬੱਚੇ ਦੁੱਖ ਦੇਣ ਲੱਗ ਪੈਣ, ਬੱਚੇ ਵੀ ਨਹੀਂ ਚਾਹੀਦੇ। ਜਿੱਥੋਂ ਕਿਤੋਂ ਵੀ ਦੁੱਖ ਪ੍ਰਾਪਤ ਹੁੰਦਾ ਉਦੋਂ ਤਿਆਗਣ ਦਾ ਮਨੁੱਖ ਜੇਰਾ ਰੱਖਦਾ ਹੈ, ਵੀ ਅਖੀਰ 'ਤੇ ਜਾ ਕਰਕੇ ਕਹਿੰਦਾ ਮੈਨੂੰ ਸਰੀਰ ਵੀ ਨਹੀਂ ਚਾਹੀਦਾ। ਇਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਪ੍ਰਿਯ ਹੈ। ਪ੍ਰਿਯਤਰ ਕੀ ਹੈ? ਆਪਣੇ ਆਪ ਨੂੰ
ਤੇ ਸਾਧ ਸੰਗਤ ਜੀ ਜਦ ਪ੍ਰੀਯ ਤਰ ਆਪਣਾ ਸਰੀਰ ਜਿਹੜਾ ਹੈ ਉਹ ਦੁੱਖ ਦੇਣ ਲੱਗ ਪਵੇ, ਫਿਰ ਪ੍ਰੀਯਤਮ ਭਾਵ ਜਿਹੜੀ ਅੰਦਰਲੀ ਆਤਮਾ ਹੈ ਨਾ, ਉਹਦੇ ਨਾਲ ਮਨੁੱਖ ਬਹੁਤਾ ਪਿਆਰ ਕਰਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਪ੍ਰੀਤਮ ਜਾਣ ਲਿਹੋ ਮਨ ਮਾਹੀ। ਉਹ ਜਿਹੜਾ ਪ੍ਰੀਤਮ ਸਾਰਿਆਂ ਦਾ ਆਤਮਾ ਸਰੂਪ ਤਤ ਸਰੂਪ ਜੋ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ, ਉਸ ਨੂੰ ਆਪਣੇ ਮਨ ਦੇ ਵਿੱਚ ਹੀ ਜਾਣ ਲੈਣਾ ਕਰ। ਮਹਾਰਾਜ ਕਹਿੰਦੇ ਨੇ ਨਾਨਕ ਪ੍ਰੀਤਮ ਕਿਰਪਾਲ ਸਦਹੂ। ਉਹ ਅਕਾਲ ਪੁਰਖ ਵਾਹਿਗੁਰੂ ਜੋ ਸਾਰਿਆਂ ਦੇ ਨਾਲ ਪ੍ਰੀਤਮ ਪ੍ਰੇਮ ਕਰਨ ਵਾਲਾ ਹੈ, ਸਾਰਿਆਂ ਦੇ ਉੱਤੇ ਹਮੇਸ਼ਾ ਹੀ ਕਿਰਪਾਲੂ ਸੁਭਾਵ ਜਿਹੜਾ ਧਾਰਨ ਕਰਦਾ ਹੈ। ਕਿਨੇ ਕੋਟ ਮੱਧੇ ਜਾਤੇ ਜਾਤੇ ਕਹਿੰਦੇ ਨੇ ਜਾਣਨਾ, ਕਰੋੜਾਂ ਵਿੱਚੋਂ ਕਿਸੇ ਇੱਕ ਅੱਧੇ ਨੇ ਉਸ ਪਰਮੇਸ਼ਰ ਦੇ ਤਾਈਂ ਜਾਣਨਾ ਕੀਤਾ ਹੈ। ਪ੍ਰੀਤਮ ਤੇਰੀ ਗਤ ਅਗਮ ਅਪਾਰੇ। हे ਪਿਆਰੇ ਪਰਮੇਸ਼ਰ ਜੀ, ਤੇਰੀ ਗਤ ਤੇਰੀ ਮਰਿਆਦਾ ਜਿਹੜੀ ਹੈ ਅਗਮਤਾ ਤੋਂ ਰਹਿਤ ਹੈ, ਪਾਰਾਵਾਰ ਤੋਂ ਰਹਿਤ ਹੈ, ਪ੍ਰਕਿਰਤੀ ਤੋਂ ਪਰੇ ਹੈ, ਕੋਈ ਜਾਣ ਨਹੀਂ ਸਕਦਾ। ਮਹਾਪਤਿਤ ਤੁਮ ਤਾਰੇ। ਜਿਹੜੇ ਬਹੁਤ ਵੱਡੇ ਵੱਡੇ ਹਥਿਆਰੇ ਨੇ, ਵੱਡੇ ਵੱਡੇ ਪਾਪੀ ਨੇ, ਪਾਮਰ ਪੁਰਸ਼ ਨੇ, ਉਹਨਾਂ ਨੂੰ ਤੁਸੀਂ ਇੱਕ ਖਿਣ ਵਿੱਚ ਹੀ ਤਾਰ ਦਿੱਤਾ ਹੈ। ਪਤਿਤ ਪਾਵਨ ਭਗਤ ਵਛਲ ਕਿਰਪਾ ਸਿੰਧ ਸੁਆਮੀਆ। ਹੇ ਗੁਰੂ ਮਹਾਰਾਜ, ਹੇ ਪਰਮੇਸ਼ਰ ਜੀ, ਆਪ ਜੀ ਦਾ ਸੁਭਾਅ ਬਿਰਧ ਕਿਹੋ ਜਿਹਾ ਹੈ। ਆਪ ਜੀ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਹੋ, ਪਵਿੱਤਰ 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 ਪੁਨੀਤ ਕਰਨ ਵਾਲੇ ਹੋ। ਪਤਿਤ ਪਾਵਨ ਭਗਤ ਵਤਸਲ ਵਛਲ, ਭਗਤਾਂ ਦੇ ਸਾਧ ਸੰਗਤ ਜੀ ਪਿਆਰੇ ਹੋ। ਆਪ ਜੀ ਕਿਰਪਾ ਸਿੰਧ ਸੁਆਮੀਆਂ, ਕਿਰਪਾ ਕਿਹੋ ਜੀ ਕਰਦੇ, ਸਮੁੰਦਰ ਵਰਗੀ ਕਰਦੇ ਹੋ। ਥੋੜ੍ਹੀ ਕੋਈ ਸੇਵਾ ਕਰ ਲਵੇ ਬੜੇ ਛੇਤੀ ਰੀਝ ਜਾਂਦੇ ਹੋ, ਥੋੜ੍ਹਾ ਕੋਈ ਸਿਮਰਨ ਕਰ ਲਵੇ ਸਾਰੀਆਂ ਮਨ ਦੀਆਂ ਮਨੋਕਾਮਨਾਵਾਂ ਜਿਹੜੀਆਂ ਨੇ ਉਹ ਪੂਰੀਆਂ ਕਰ ਦਿੰਦੇ ਹੋ। ਇਸ ਕਰਕੇ ਕਿਰਪਾ ਸਿੰਧ, ਕਿਰਪਾ ਦੇ ਸਾਗਰ ਹੋ, ਸੁਆਮੀ ਸਾਰਿਆਂ ਦੇ ਮਾਲਕ ਹੋ। ਸੰਤ ਸੰਗੇ ਭਜ ਨਿਸੰਗੇ ਰਉ ਸਦਾ ਅੰਤਰ ਜਾਮੀਆਂ। हे ਪਰਮੇਸ਼ਰ ਜੀ, ਆਪ ਜੀ ਅੰਤਰਜਾਮੀ ਹੋ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਸਾਰਿਆਂ ਦੇ ਹਿਰਦੇ ਹਿਰਦੇ ਦੀ ਘਟਾ ਘਟਾਂ ਦੀ ਜਾਣਨ ਵਾਲੇ ਹੋ। ਤੇ ਸੰਤ ਸੰਗੇ ਭਜ ਨਿਸੰਗੇ, ਜਿਹੜੇ ਸ਼ਾਂਤ ਆਤਮਾ ਵਾਲੇ ਗੁਰਮੁਖ ਪਿਆਰੇ ਹਨ, ਜਿਨ੍ਹਾਂ ਨੇ ਆਪਣੀ ਮਨ ਦੀ ਬਿਰਤੀ ਨੂੰ ਸ਼ਾਂਤ ਕਰ ਲਿਆ ਹੈ, ਉਹਨਾਂ ਦੇ ਨਾਲ ਰਹਿ ਕਰਕੇ ਭਜ ਨਿਸੰਗੇ, ਨਿਸੰਗ ਹੋ ਕਰਕੇ ਸੰਸਾਰ ਦੀ ਕਾਨ ਕਨੌੜ ਨੂੰ ਤਿਆਗ ਕਰਕੇ ਹਰੀ ਪਰਮੇਸ਼ਰ ਨੂੰ ਭਜਨਾ ਕਰ। ਰਉ ਸਦਾ ਰਉ ਭਾਵ ਰਵਣਾ ਕਰ, ਉਹਨੂੰ ਯਾਦ ਕਰਨਾ ਕਰ, ਉਹਦਾ ਚਿੰਤਨ ਕਰਨਾ ਕਰ। ਦੁੱਖ ਵੇਲੇ ਵੀ ਪਰਮੇਸ਼ਰ ਤੇਰਾ ਧੰਨਵਾਦ, ਸੁਖ ਵੇਲੇ ਵੀ ਪਰਮੇਸ਼ਰ ਦਾ ਧੰਨਵਾਦ ਕਰਨਾ ਕਰੀਏ। ਕੋਟ ਜਨਮ ਪ੍ਰਮੰਤ ਜੋਨੀ ਤੇ ਨਾਮ ਸਿਮਰਤ ਤਾਰੇ। ਕਰੋੜਾਂ ਜਨਮਾਂ ਜਨਮਾਂ ਵਿੱਚ ਜਿਹੜੇ ਜੀਵ ਭਰਮ ਵਿੱਚ ਪਏ ਹੋਏ ਨੇ, ਭਰਮ ਹੀ ਭਰਮ ਹੈ ਸਾਧ ਸੰਗਤ ਜੀ। ਕਰੋੜਾਂ ਹੀ ਜਨਮਾਂ ਦੇ ਨਾਲ ਇਹ ਮਨੁੱਖ ਜਿਹੜਾ ਹੈ ਭਰਮ ਵਿੱਚ ਪਿਆ ਹੋਇਆ ਹੈ। ਗੁਰੂ ਮਹਾਰਾਜ ਕਹਿੰਦੇ ਨੇ ਤੇ ਨਾਮ ਸਿਮਰਤ ਤਾਰੇ। ਥੋੜ੍ਹਾ ਨਾਮ ਸਿਮਰਨ ਕਰਨ ਦੇ ਨਾਲ ਹੀ ਕਰੋੜਾਂ ਜਨਮਾਂ ਵਿੱਚ ਜਿਹੜੇ ਜੀਵ ਭਟਕ ਰਹੇ ਨੇ, ਉਹਨਾਂ ਦਾ ਛੁਟਕਾਰਾ ਹੋ ਜਾਂਦਾ ਹੈ। ਨਾਨਕ ਦਰਸ ਪਿਆਸ ਹਰ ਜਿਉ ਆਪ ਲੇਹੋ ਸੰਹਾਰੇ। ਇਸ ਤਰ੍ਹਾਂ ਅਰਦਾਸ ਕਰਨੀ ਚਾਹੀਦੀ ਹੈ, ਇਹ ਗੁਰੂ ਮਹਾਰਾਜ ਸਾਨੂੰ ਤਾਂ ਸਿਰਫ ਤੇ ਸਿਰਫ ਕੇਵਲ ਆਪ ਜੀ ਦੇ ਦਰਸ਼ਨਾਂ ਦੀ ਪਿਆਸਾ ਹੈ, ਹੋਰ ਸਾਡੇ ਮਨਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਇੱਛਾ ਨਹੀਂ। ਨਾਨਕ ਦਰਸ ਪਿਆਸ ਹਰ ਜੀਓ ਆਪ ਲੇਹੋ ਸੰਹਾਰੇ। हे ਗੁਰੂ ਮਹਾਰਾਜ, ਆਪ ਹੀ ਕਿਰਪਾ ਕਰਕੇ ਸਾਡੇ 'ਤੇ ਸੰਭਾਲ ਲੈਣਾ ਕਰੋ। ਹਰ ਚਰਨੋ ਕਮਲ ਮਨ ਲੀਨਾ। हे ਅਕਾਲ ਪੁਰਖ ਵਾਹਿਗੁਰੂ, ਆਪ ਜੀ ਜੋ ਸਾਰਿਆਂ ਦੇ ਮਨਾਂ ਨੂੰ ਹਰਿਆ ਭਰਿਆ ਕਰਨ ਵਾਲੇ ਜੋ ਹਰੀ ਪਰਮੇਸ਼ਰ ਹੋ, ਚਰਨ ਕਮਲ ਮਨ ਲੀਨਾ। ਆਪ ਜੀ ਦੇ ਕਮਲ ਸਰੀਖੇ ਚਰਨਾਂ ਦੇ ਨਾਲ ਮਨ ਜਿਹੜਾ ਹੈ ਲੇਵਲੀਨ ਹੋਇਆ ਹੈ। ਬੜਾ ਔਖਾ ਸਾਧ ਸੰਗਤ ਜੀ, ਸ਼ਬਦ ਦੇ ਵਿੱਚ ਮਨ ਦੀ ਬਿਰਤੀ ਨੂੰ ਜੋੜੀ ਰੱਖਣਾ ਬੜਾ ਔਖਾ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਨੇ, ਮੈਂਡ ਕੇ ਦੰਦ ਕਿਉ ਖਾਈਐ ਸਾਰ। ਜਿਵੇਂ ਸਾਧ ਸੰਗਤ ਜੀ ਲੋਹੇ ਦੇ ਚਣੇ ਨੂੰ ਜੇ
ਮੋਮ ਦੇ ਦੰਦਾਂ ਦੇ ਨਾਲ ਕਿਵੇਂ ਖਾਣਾ ਕਰੀਏ। ਮਹਾਰਾਜ ਕਹਿੰਦੇ ਸ਼ਬਦ ਕਮਾਈਏ ਖਾਈਏ ਸਾਰ। ਜਿਹੜਾ ਸ਼ਬਦ ਦਾ ਜਪਣਾ ਹੈ ਨਾ, ਵਾਹਿਗੁਰੂ ਦਾ ਸਿਮਰਨ ਕਰਨਾ ਹੈ, ਇਹ ਲੋਹੇ ਨੂੰ ਖਾਣ ਦੇ ਬਰਾਬਰ ਹੈ। ਬਹੁਤ ਔਖਾ ਹੈ ਸਿਮਰਨ ਕਰਨਾ, ਬਹੁਤ ਔਖਾ। ਆਖਣ ਔਖਾ ਸਾਚਾ ਨਾਉ। ਸਾਰੇ ਸੰਸਾਰ ਦੇ ਕੰਮ ਕਰਨੇ ਸੌਖੇ ਨੇ, ਪਰਮਾਤਮਾ ਦਾ ਸਿਮਰਨ ਕਰਨਾ, ਭਜਨ ਬੰਦਗੀ ਕਰਨੀ ਬਹੁਤ ਔਖੀ ਹੈ। ਮਰਦ ਬੰਦੇ ਹੀ ਸਾਧ ਸੰਗਤ ਜੀ ਇਸ ਕੰਮ ਵਿੱਚ ਪੈਂਦੇ ਹਨ। ਪ੍ਰਭ ਜਲ ਜਨ ਤੇਰੇ ਮੀਨਾ। ਪਰਮੇਸ਼ਰ ਜੀ ਜਲ ਰੂਪ ਹੋਇਆ ਹੈ ਤੇ ਮੀਨ ਮੱਛੀ ਰੂਪ ਜਿਹੜੇ ਭਗਤ ਨੇ ਉਹ ਹੋਏ ਹਨ। ਜਿਵੇਂ ਮੱਛੀ ਜਲ ਤੋਂ ਬਾਹਰ ਉਹਦੀ ਜ਼ਿੰਦਗੀ ਨਹੀਂ, ਇਸੇ ਤਰ੍ਹਾਂ ਭਗਤ ਦੀ ਜ਼ਿੰਦਗੀ ਭਗਤੀ ਤੋਂ ਬਾਹਰ ਨਹੀਂ, ਪਰਮੇਸ਼ਰ ਤੋਂ ਬਾਹਰ ਨਹੀਂ। ਇੱਕ ਦਿਨ ਨਿਤਨੇਮ ਨਾ ਹੋਵੇ ਵਿਆਕੁਲ ਹੋ ਜਾਂਦੇ ਨੇ, ਮੌਤ ਦੇ ਸਮਾਨ ਜ਼ਿੰਦਗੀ ਲੱਗਦੀ ਹੈ। ਇੱਕ ਦਿਨ ਕਥਾ ਨਾ ਸੁਣਨੀ ਹੋਵੇ, ਇੱਕ ਦਿਨ ਗੁਰੂ ਦੇ ਦਰਸ਼ਨ ਨਾ ਹੋਣ ਤੇ ਜ਼ਿੰਦਗੀ ਵਿਅਰਥ ਪ੍ਰਤੀਤ ਹੁੰਦੀ ਹੈ। ਇਸੇ ਤਰ੍ਹਾਂ ਹੀ ਹਰੀ ਭਗਤ ਦੇ ਜਿਹੜੇ ਜਨ ਭਗਤ ਨੇ ਨਾ, ਇਹਨਾਂ ਦੀ ਜ਼ਿੰਦਗੀ ਜਿਹੜੀ ਹੈ ਮੱਛੀ ਦੇ ਸਮਾਨ ਹੈ। ਮੱਛੀ ਜਿਵੇਂ ਜਲ ਤੋਂ ਬਾਹਰ ਮੌਤ ਵਿਆਪਦੀ ਹੈ ਉਸ ਨੂੰ, ਇਸੇ ਤਰ੍ਹਾਂ ਹੀ ਜਿਹੜੇ ਰੱਬ ਦੀ ਬੰਦਗੀ ਕਰਨ ਵਾਲੇ, ਭਗਤੀ ਕਰਨ ਵਾਲੇ ਭਗਤ ਨੇ ਨਾ, ਇਹਨਾਂ ਦੀ ਜ਼ਿੰਦਗੀ ਵੀ ਇਸੇ ਤਰ੍ਹਾਂ ਹੀ ਹੁੰਦੀ ਹੈ। ਸੰਤ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖ ਭਿੰਡਰਾਂ ਵਾਲੇ, ਉਹ ਰਾਤ ਦਿਨ ਬੰਦਗੀ ਕਰਦਿਆਂ ਹੋਇਆਂ ਦਾਸ ਨੇ ਅੱਖੀ ਵੇਖਿਆ। ਸਾਰਾ ਦਿਨ ਸਾਰੀ ਰਾਤ ਬੰਦਾ ਇੱਕ ਜਪਜੀ ਸਾਹਿਬ ਪੜ੍ਹ ਕੇ ਕਹਿੰਦਾ ਵੀ ਮੈਂ ਨਿਤਨੇਮ ਕਰ ਲਿਆ। ਇੱਕ ਰਹਿਰਾ ਸਾਹਿਬ ਦਾ ਪਾਠ ਕਰਕੇ ਬੰਦਾ ਸੋਚਦਾ ਹੈ ਕਿ ਮੈਂ ਨਿਤਨੇਮ ਕਰ ਲਿਆ। ਇੱਥੇ ਸਾਰਾ ਦਿਨ ਸਾਰੀ ਰਾਤ ਚੱਲ ਸੋ ਚੱਲ, 5 ਪਾਠ ਸੁਖਮਨੀ ਸਾਹਿਬ ਦੇ, 25 ਪਾਠ ਜਪਜੀ ਸਾਹਿਬ ਦੇ, 5-7 ਵਾਰੀ ਤਾਂ ਰਹਿਰਾਸ ਹੀ ਪੜ੍ਹ ਲੈਂਦੇ ਸਨ। ਕਿੰਨੀ ਕੁ ਵਾਰੀ ਕੀਰਤਨ ਸੋਹਿਲੇ ਦਾ ਜਾਪ ਸੁਣ ਲੈਂਦੇ ਸਨ। ਕਹਿੰਦੇ ਸਨ ਹੋਰ ਸੁਣਾ, ਦੁਬਾਰਾ ਸੁਣਾ। ਇਸ ਤਰ੍ਹਾਂ ਸਾਧ ਸੰਗਤ ਜੀ ਸਾਰੀ ਰਾਤ ਸਾਰਾ ਦਿਨ ਬਾਣੀ ਦੇ ਨਾਲ ਇੰਨਾ ਪਿਆਰ, ਇੰਨਾ ਬਾਣੀ ਦੇ ਵਿੱਚ ਲੀਨ ਰਹਿਣਾ। ਥੋੜ੍ਹਾ ਜਿੰਨਾ ਵੀ ਬਾਣੀ ਕੋਈ ਨਾ ਸੁਣਾਵੇ ਅਤੇ ਸਾਧ ਸੰਗਤ ਜੀ ਵਿਆਕੁਲ ਹੋਣਾ। ਇਸ ਤਰ੍ਹਾਂ ਦੀ ਜ਼ਿੰਦਗੀ ਸੀ ਮਹਾਂਪੁਰਖਾਂ ਦੀ। ਰਾਤ ਦਿਨ ਸਾਧ ਸੰਗਤ ਜੀ ਸਿਮਰਨ ਵਿੱਚ ਲੱਗੇ ਰਹਿੰਦੇ ਸਨ। ਜੇ ਕੋਈ ਮਿਲਣ ਵਾਸਤੇ ਆਉਂਦਾ ਸੀ ਅਤੇ ਸਾਧ ਸੰਗਤ ਜੀ ਸੰਸਾਰ ਦੀਆਂ ਗੱਲਾਂ ਬਹੁਤ ਘੱਟ ਸੁਣਦੇ ਸਨ ਅਤੇ ਹਮੇਸ਼ਾ ਪਰਮੇਸ਼ਰ ਦੀ ਬੰਦਗੀ ਵਾਲੀ ਗੱਲ, ਹਮੇਸ਼ਾ ਬਾਣੀ ਦੀ ਗੱਲ ਹੀ ਕਰਦੇ ਸਨ। ਇਸ ਤਰ੍ਹਾਂ ਰਾਤ ਦਿਨ ਸਿਮਰਨ ਕਰਦੇ ਨੇ ਜਿਹੜੇ ਹਰੀ ਪਰਮੇਸ਼ਰ ਦੇ ਭਗਤ ਹੁੰਦੇ ਹਨ। ਜਲ ਮੀਨ ਪ੍ਰਭ ਜੀਓ ਏਕ ਤੂੰ ਹੈ, ਭਿੰਨ ਆਨ ਨਾ ਜਾਣੀਆ। ਤੇ ਸਾਧ ਸੰਗਤ ਜੀ ਹਰੀ ਅਕਾਲ ਪੁਰਖ ਵਾਹਿਗੁਰੂ ਹੀ ਜਲ ਰੂਪ ਵੀ ਆਪ ਹੈ ਤੇ ਸਾਧ ਸੰਗਤ ਜੀ ਮੱਛੀ ਰੂਪ ਵੀ ਆਪ ਹੀ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਲ ਰੂਪ ਪਰਮੇਸ਼ਰ ਦੇ ਨਾਮ ਦਾ ਰਸ ਵੀ ਆਪ ਹੀ ਹੈ ਤੇ ਭਗਤ ਰੂਪ ਹੋ ਕਰਕੇ ਉਸ ਨਾਮ ਰਸ ਨੂੰ ਭੋਗਣ ਵਾਲਾ ਆਪ ਹੀ ਪਰਮੇਸ਼ਰ ਹੈ। ਏਕ ਤੂੰ ਹੈ, ਭਿੰਨ ਆਨ ਨਾ ਜਾਣੀ ਹੈ। ਇਹ ਸਾਧ ਸੰਗਤ ਜੀ ਬ੍ਰਹਮ ਦੀ ਦ੍ਰਿਸ਼ਟੀ ਹੈ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ। ਪਰਮੇਸ਼ਰ ਵਿੱਚ ਅਤੇ ਪਰਮੇਸ਼ਰ ਦੇ ਭਗਤ ਵਿੱਚ ਇੱਕੋ ਹੀ ਪਰਮੇਸ਼ਰ ਦੀ ਜੋਤ ਵੇਖ ਰਹੇ ਨੇ। ਸਾਰੇ ਪਾਸੇ ਜਲਸਤੁ ਹੀ ਥਲਸਤੁ ਹੀ ਨਦਸਤੁ ਹੀ ਨਦਿਸਤੁ ਹੀ, ਸਾਰਿਆਂ ਦੇ ਵਿੱਚ ਥੋੜ੍ਹਾ ਜਿੰਨਾ ਵੀ ਭੇਦ ਬੁੱਧੀ ਨਹੀਂ, ਥੋੜ੍ਹੀ ਜਿੰਨੀ ਵੀ ਭੇਦ ਦ੍ਰਿਸ਼ਟੀ ਨਹੀਂ, ਸਾਰਿਆਂ ਦੇ ਵਿੱਚ ਰਮਿਆ ਹੋਇਆ ਰਾਮ ਨੂੰ ਤੱਕ ਰਹੇ ਹਨ। ਗਹਿ ਭੁਜਾ ਲੇਵੋ ਨਾਮ ਦੇਵੋ ਤਉ ਪ੍ਰਸਾਦੀ ਮਾਨੀਆ। ਜਿਹੜੀ ਧੁਰ ਕੀ ਬਾਣੀ ਹੈ ਨਾ ਸਾਧ ਸੰਗਤ ਜੀ, ਅਲਪ ਬੁੱਧੀ ਦੇ ਨਾਲ ਧੁਰ ਕੀ ਬਾਣੀ ਦੀ ਵਿਚਾਰ ਨਹੀਂ ਹੋ ਸਕਦੀ। ਜਿਹੜੇ ਬੰਦੇ ਭਜਨ ਬੰਦਗੀ ਕਰਦੇ ਨੇ ਉਹੀ ਧੁਰ ਕੀ ਬਾਣੀ ਦੀ ਵਿਚਾਰ ਨੂੰ ਚੰਗੀ ਤਰ੍ਹਾਂ ਕਰ ਸਕਦੇ ਨੇ ਅਤੇ ਸੰਪੂਰਨ ਰੂਪ ਦੇ ਵਿੱਚ ਬ੍ਰਹਮ ਗਿਆਨੀ ਹੀ ਧੁਰ ਕੀ ਬਾਣੀ ਦੀ ਕਥਾ ਵਿਚਾਰ ਕਰ ਸਕਦਾ ਹੈ। ਬਾਣੀ ਦੇ ਇੱਕ ਇੱਕ ਪੰਕਤੀ ਦੇ ਗੁਹਜ ਅਰਥਾਂ ਨੂੰ ਸਮਝ ਸਕਦਾ ਹੈ। ਜਿਹੜੇ ਆਮ ਸਾਧਾਰਨ ਸਾਡੇ ਵਰਗੇ ਗਿਆਨੀ ਨੇ ਉਹ ਤਾਂ ਸਾਧ ਸੰਗਤ ਜੀ ਟੀਕੇ ਪੜ੍ਹ ਕਰਕੇ ਅਰਥ ਕਰ ਦਿੰਦੇ ਨੇ, ਪਰ ਜਿਹੜੇ ਬੰਦਗੀ ਕਰਨ ਵਾਲੇ ਨੇ ਨਾ, ਅਸਲ ਦੇ ਵਿੱਚ ਉਹਨਾਂ ਨੇ ਇਸ ਨੂੰ ਬਾਣੀ ਨੂੰ ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ, ਗੁਰਬਾਣੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜਿਉਣਾ ਕੀਤਾ ਹੈ। ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਬਾਣੀ ਨੂੰ ਇੰਪਲੀਮੈਂਟ ਕੀਤਾ ਹੈ। ਆਪਣੇ ਮਨ ਵਿੱਚ ਸਾਧ ਸੰਗਤ ਜੀ ਬਾਣੀ ਨੂੰ ਪਰੋਇਆ ਹੋਇਆ ਹੈ। ਜਿਨ੍ਹਾਂ ਨੇ
ਅਸਲ ਦੇ ਵਿੱਚ ਉਹਨਾਂ ਨੇ ਹੀ ਗੁਰਬਾਣੀ ਦੀ ਕਥਾ ਕੀਤੀ ਹੈ। ਉਹਨਾਂ ਦਾ ਜੀਵਨ ਹੀ ਗੁਰਬਾਣੀ ਦੀ ਕਥਾ ਹੈ। ਉਹਨਾਂ ਦਾ ਜੀਵਨ ਵੇਖ ਕੇ ਹੀ ਕਈ ਸਾਧ ਸੰਗਤ ਜੀ ਜਿਹੜੇ ਭੁੱਲੜ ਨੇ ਨਾ, ਉਹ ਗੁਰੂ ਦੇ ਰਸਤੇ ਤੁਰ ਪੈਂਦੇ ਨੇ। ਸਿਰਫ ਵੇਖਣ ਦੇ ਨਾਲ ਹੀ, ਦਰਸ਼ਨ ਕਰਨ ਦੇ ਨਾਲ ਹੀ ਸਾਧ ਸੰਗਤ ਜੀ ਗੁਰਸਿੱਖੀ ਦੀ ਪ੍ਰਾਪਤੀ ਹੁੰਦੀ ਹੈ। ਇਹੋ ਜਿਹੇ ਜੀਵਨ ਕਰਨ ਮਹਾਂਪੁਰਖ ਜਿਹੜੇ ਨੇ, ਕਈ ਸਾਧ ਸੰਗਤ ਜੀ, ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖ, ਕਿੰਨੇ ਕੁ ਪ੍ਰਚਾਰਕ, ਕਿੰਨੇ ਕੁ ਕਥਾਵਾਚਕ ਸਟੇਜ ਤੋਂ ਪ੍ਰਚਾਰ ਕਰਕੇ ਚਲੇ ਗਏ, ਪਰ ਕੋਈ ਗੱਲਬਾਤ ਨਾ ਬਣੇ। ਜਦੋਂ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇ ਉਹ ਸਟੇਜ 'ਤੇ ਚੜ੍ਹੇ ਅਤੇ ਸਾਧ ਸੰਗਤ ਜੀ ਇੱਕੋ ਹੀ ਬਚਨ ਕੀਤਾ ਕਿ ਸਾਧ ਸੰਗਤ ਜੀ ਸਾਰਿਆਂ ਨੇ ਅੰਮ੍ਰਿਤ ਪਾਨ ਕਰਨਾ ਹੈ। ਬਸ ਇੱਕੋ ਹੀ ਬਚਨ ਕਰਨ ਦੇ ਨਾਲ ਹੀ ਸਾਰੀਆਂ ਸੰਗਤਾਂ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਅੰਮ੍ਰਿਤਪਾਨ ਉਸੇ ਦਿਨ ਕੀਤਾ। ਇਸ ਤਰ੍ਹਾਂ ਜਿਹੜੇ ਬੰਦਗੀ ਕਰਦੇ ਨੇ ਨਾ, ਉਹਨਾਂ ਦੀ ਕਥਾ ਹੋਰ ਹੁੰਦੀ ਹੈ। ਅਤੇ ਜਿਹੜੇ ਆਮ ਟੀਕੇ ਪੜ੍ਹ ਕੇ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਕਰਨਾ, ਉਹ ਗੱਲ ਹੋਰ ਹੁੰਦੀ ਹੈ। ਇਸ ਤਰ੍ਹਾਂ ਭਜਨ ਬੰਦਗੀ ਕਰਨ ਵਾਲੇ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਨੇ ਹੀ ਸਾਧ ਸੰਗਤ ਜੀ ਰੱਬ ਨੂੰ ਜਾਣਿਆ, ਗੁਰਬਾਣੀ ਦੀ ਵਿਚਾਰ ਕੀਤੀ ਹੈ। ਮਹਾਰਾਜ ਜੀ ਨੇ ਕਿਹਾ ਭੁਜਾ ਲੇਵੋ, ਹੇ ਅਕਾਲ ਪੁਰਖ ਵਾਹਿਗੁਰੂ, ਸਾਨੂੰ ਆਪਣੀ ਗਲਵਕੜੀ ਵਿੱਚ ਲੈਣਾ ਕਰੋ ਜੀ। ਨਾਮ ਦੇਵੋ ਮਹਾਰਾਜ, ਸਾਡੇ ਔਗੁਣਾਂ ਵੱਲ ਨਾ ਤੱਕੋ। ਹੇ ਸੱਚੇ ਪਾਤਸ਼ਾਹ ਜੀਓ, ਹਾ ਪ੍ਰਭ ਰਾਖ ਲਿਓ, ਹਮ ਤੇ ਕਿਛੂ ਨਾ ਹੋਏ ਮੇਰੇ ਸੁਆਮੀ, ਕਰ ਕਿਰਪਾ ਆਪਣਾ ਨਾਮ ਦੇਹੋ। ਇਸ ਤਰ੍ਹਾਂ ਬੇਨਤੀ ਕਰਨੀ ਚਾਹੀਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ, ਅਸੀਂ ਖਤੇ ਬਹੁਤ ਕਮਾਵਦੇ, ਹਰੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ, ਹਮ ਪਾਪੀ ਵੱਡ ਗੁਨਹਗਾਰ, ਅਸੀਂ ਬਹੁਤ ਵੱਡੇ ਗੁਨਾਹਗਾਰ ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਤਾਰ ਲਓ ਮਹਾਰਾਜ ਜੀ। ਨਾਮ ਦੇਵੋ, ਆਪਣਾ ਨਾਮ ਦੇਣਾ ਕਰੋ, ਤਉ ਪ੍ਰਸਾਦੀ ਮਾਨੀਐ। ਆਪ ਜੀ ਦੀ ਕਿਰਪਾ ਦੇ ਨਾਲ ਹੀ ਸਾਡਾ ਮਨ ਜਿਹੜਾ ਹੈ ਨਾਮ ਦੇ ਵਿੱਚ ਸਾਧ ਸੰਗਤ ਜੀ ਪਤੀਜ ਸਕਦਾ ਹੈ, ਨਾਮ ਦਾ ਮੰਨਣ ਕਰ ਸਕਦਾ ਹੈ। ਭਜੋ ਸਾਧ ਸੰਗੇ ਏਕ ਰੰਗੇ, ਕਿਰਪਾਲ ਗੋਬਿੰਦ ਦੀਨਾ। ਭਜ ਸਾਧ ਸੰਗੇ, ਸਾਧੂਆਂ ਦੀ ਸੰਗਤ ਦੇ ਵਿੱਚ ਬੈਠ ਕਰਕੇ, ਇੱਕ ਰੰਗ ਦੇ ਵਿੱਚ, ਇੱਕ ਰਸ ਹੋ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਭਜਨ ਸਿਮਰਨ ਵਿੱਚ ਲੱਗਣਾ ਚਾਹੀਦਾ ਹੈ। ਕਿਰਪਾਲ ਗੋਬਿੰਦ ਦੀ ਦੀਨਾ, ਕਿਰਪਾਲੂ ਜੋ ਗੋਬਿੰਦ ਸਾਰਿਆਂ ਦੀ ਰੱਖਿਆ ਕਰਨ ਵਾਲਾ ਪਰਮੇਸ਼ਰ ਹੈ, ਉਹਦੇ ਵੱਲੋਂ ਹੀ ਇਹ ਦਾਤ ਪ੍ਰਾਪਤ ਹੁੰਦੀ ਹੈ। ਅਨਾਥ ਨੀਚ ਸਰਣਾਏ ਨਾਨਕ, ਕਰ ਮਇਆ ਆਪਣਾ ਕੀਨਾ। ਇਸ ਤਰ੍ਹਾਂ ਬੇਨਤੀ ਕਰਨੀ ਚਾਹੀਦੀ ਹੈ। ਮਹਾਰਾਜ ਸੱਚੇ ਪਾਤਸ਼ਾਹ, ਅਸੀਂ ਅਨਾਥ ਹਾਂ ਜੀ, ਸਾਡਾ ਕੋਈ ਮਾਲਕ ਨਹੀਂ ਹੈ। ਆਪ ਜੀ ਤੋਂ ਬਗੈਰ ਕਿਸੇ ਹੀ ਕੋਈ ਕੋਏ, ਮਾਨਿਆ ਨਿਵਾਣੀ ਇੱਕ ਤੂੰ। ਅਕਾਲ ਪੁਰਖ ਵਾਹਿਗੁਰੂ ਜੀ, ਕਿਸੇ ਨੂੰ ਕਿਸੇ ਦਾ ਆਸਰਾ, ਕਿਸੇ ਨੂੰ ਕਿਸੇ ਦਾ ਆਸਰਾ, ਸਾਨੂੰ ਗਰੀਬਾਂ ਨੂੰ ਆਪ ਜੀ ਦਾ ਹੀ ਆਸਰਾ। ਮਹਾਰਾਜ ਅਸੀਂ ਅਨਾਥ ਹਾਂ, ਨੀਚ ਆ ਮਹਾਰਾਜ, ਸਾਡੇ ਵਿੱਚ ਕੋਈ ਸ਼ੁਭ ਗੁਣ ਨਹੀਂ ਹੈ, ਬਹੁਤ ਨੀਚ ਆ। ਸਰਨਾਏ ਨਾਨਕ, ਆਪ ਜੀ ਦੀ ਸ਼ਰਨ ਵਿੱਚ ਆਏ ਆ ਮਹਾਰਾਜ। ਕਰ ਕਿਰਪਾ ਆਪਣਾ ਕੀਨਾ, ਕਰ ਮਾਇਆ, ਕਿਰਪਾ ਕਰਕੇ ਸਾਨੂੰ ਆਪਣਾ ਬਣਾ ਲਓ ਸਤਿਗੁਰੂ ਸਾਹਿਬ ਜੀ। ਇਸ ਤਰ੍ਹਾਂ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ। ਪਰ ਅਰਦਾਸ ਕਰਨ ਵੇਲੇ ਵੀ ਖਿਆਲ ਰੱਖਣਾ ਚਾਹੀਦਾ ਹੈ ਵੀ ਅਨਾਥ ਨੀਚ ਸਰਨਾਏ ਨਾਨਕ, ਭਾਵ ਕਿ ਆਪਣੇ ਆਪ ਨੂੰ ਨੀਚਤਾ ਕਹਿਣਾ ਹੈ, ਪਰ ਨੀਚਤਾ ਵਾਲੇ ਕਰਮ ਨੂੰ ਤਿਆਗ ਕਰਕੇ ਕਹਿਣਾ ਹੈ। ਇਹ ਨਹੀਂ ਵੀ ਬੰਦਾ ਪਾਪ ਵੀ ਕਰੀ ਜਾਵੇ ਅਤੇ ਇਹ ਵੀ ਕਹੀ ਜਾਵੇ ਮਹਾਰਾਜ ਮੈਂ ਤਾਂ ਪਾਪੀ ਹਾਂ ਜੀ, ਮੈਨੂੰ ਬਖਸ਼ ਲਓ, ਮੈਂ ਪਾਪੀ ਹਾਂ, ਬਖਸ਼ ਲਓ। ਨਹੀਂ, ਫਿਰ ਨਹੀਂ ਜੇ ਬਖਸ਼ਿਆ ਜਾਣਾ। ਪਾਪ ਕਰਨ ਨੂੰ ਛੱਡਣਾ ਪੈਣਾ ਹੈ। ਪਾਪ ਕਰਮ ਛੱਡ ਕਰਕੇ ਫਿਰ ਬੇਨਤੀ ਕਰਨੀ ਹੈ, ਮਹਾਰਾਜ ਅਸੀਂ ਪਾਪੀ ਹਾਂ, ਸਾਨੂੰ ਬਖਸ਼ ਲਓ। ਸ਼ੁਭ ਕਰਮ ਵਿੱਚ ਪ੍ਰਵਿਰਤ ਹੋ ਕਰਕੇ ਫਿਰ ਬੇਨਤੀ ਕਰਨੀ ਹੈ, ਮਹਾਰਾਜ ਸੱਚੇ ਪਾਤਸ਼ਾਹ ਅਸੀਂ ਪਾਪੀ ਹਾਂ, ਸਾਨੂੰ ਬਖਸ਼ ਲਓ। ਫਿਰ ਛੁਟਕਾਰਾ ਹੋਵੇਗਾ। ਨਹੀਂ ਤਾਂ ਇੱਕ ਵਾਰੀ ਕਹੀ ਪਾਪ ਵੀ ਕਰੀ ਜਾਣੇ, ਅਰਦਾਸ ਵੀ ਕਰੀ ਜਾਣੀ, ਮਹਾਰਾਜ ਅਸੀਂ ਪਾਪੀ ਹਾਂ। ਇਸ ਤਰ੍ਹਾਂ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ, ਸਾਧ ਸੰਗਤ ਜੀ ਗੱਲਾਂ ਦੇ ਨਾਲ, ਸਿਆਣਪ ਕਰਨ ਦੇ ਨਾਲ ਰੱਬ ਦੀ ਪ੍ਰਾਪਤੀ ਨਹੀਂ ਜੇ ਹੁੰਦੀ। ਰੱਬ ਸਾਡੇ ਅੰਦਰਲੀ ਭਾਵਨਾ ਨੂੰ ਜਾਣਦਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਰ ਮਾਇਆ ਆਪਣਾ ਕੀਨਾ, ਆਪ ਜੀ ਕਿਰਪਾ ਕਰੋ, ਸਾਨੂੰ ਆਪਣਾ ਬਣਾ ਲੈਣਾ ਕਰੋ ਜੀ। ਆਪਸ ਕੋ ਆਪ ਮਿਲਾਇਆ, ਇਹ ਸਤਿਗੁਰੂ ਸਾਹਿਬ ਜੀ ਆਪਣੇ ਆਪ ਨੂੰ ਆਪ ਹੀ ਆਪਣੇ ਨਾਲ
ਮਿਲਾ ਲੈਂਦੇ ਹੋ। ਆਪਣੇ ਸਾਧ ਸੰਗਤ ਜੀ ਤਵਮ ਪਦ ਦੇ ਲਖ ਅਰਥ ਨੂੰ ਭਾਵ ਪਰਤਕ ਚੇਤਨ ਨੂੰ ਆਪਣੇ ਅਦਵੈਤ ਸਰੂਪ ਦੇ ਵਿੱਚ ਮਿਲਾ ਲੈਂਦੇ ਹੋ। ਬ੍ਰਹਮ ਭੰਜਨ ਹਰ ਰਾਇਆ, ਆਤਮ ਪਰਾਤਮ ਏਕੋ ਕਰੈ, ਅੰਦਰ ਕੀ ਦੁਬਿਧਾ ਅੰਤਰ ਮਰੇ। ਆਤਮਾ ਨੂੰ ਪਰਮਾਤਮਾ ਦਾ ਰੂਪ ਵਿੱਚ ਸਾਧ ਸੰਗਤ ਜੀ ਵਿਲੀਨ ਕਰ ਲੈਂਦੇ ਹੋ। ਇਸ ਤਰ੍ਹਾਂ ਆਪਣੇ ਆਪ ਨੂੰ ਆਪ ਵਿੱਚ ਮਿਲਾ ਲੈਂਦੇ ਹੋ। ਬ੍ਰਹਮ ਭੰਜਨ ਹਰ ਰਾਇਆ, ਸਾਰੇ ਭਰਮ ਨੂੰ, 5 ਪ੍ਰਕਾਰ ਦਾ ਜਿਹੜਾ ਭਰਮ ਹੈ, ਇਹ ਪਹਿ ਜਨਮ ਵੇਦਨਾ ਜਾਤ ਆਦਿਕ ਜਿਹੜੇ ਭਰਮ ਨੇ ਨਾ, ਇਹ ਸਾਧ ਸੰਗਤ ਜੀ ਨਾਸ਼ ਕਰਨ ਵਾਲੇ ਹੋ। ਰਾਇਆ ਸਾਰਿਆਂ ਦੇ ਮਾਲਕ ਹੋ। ਆਚਰਜ ਸੁਆਮੀ ਅੰਤਰ ਜਾਮੀ, ਮਿਲੇ ਗੁਣ ਨਿਧ ਪਿਆਰਿਆ। ਪਰਮਾਤਮਾ ਜੀ ਆਪ ਜੀ ਅਸਚਰਜ ਸਰੂਪ ਹੋ। ਆਪ ਜੀ ਦਾ ਸਰੂਪ ਜਿਹੜਾ ਹੈ ਅਸਚਰਜ ਤੋਂ ਅਸਚਰਜ ਸਰੂਪ ਹੈ। ਸੁਆਮੀ ਮਾਲਕ ਹੋ, ਅੰਤਰਜਾਮੀ ਹੋ, ਸਾਰਿਆਂ ਦੇ ਅੰਦਰਲੀ ਜਾਣਨ ਵਾਲੇ ਹੋ। ਮਿਲੇ ਗੁਣ ਨਿਧ ਪਿਆਰਿਆ, ਗੁਣਾਂ ਦਾ ਸਮੁੰਦਰ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਉਹ ਸਾਧ ਸੰਗਤ ਜੀ ਉਹਦੇ ਗੁਣਾਨੁਵਾਦ ਕਰਨ ਦੇ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ। ਮਹਾ ਮੰਗਲ ਸੁਖ ਉਪਜੇ, ਗੋਬਿੰਦ ਗੁਣ ਨਿਤ ਸਾਰਿਆ। ਬਹੁਤਾ ਸੁਖ, ਬਹੁਤੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਪੈਦਾ ਹੁੰਦੀਆਂ ਨੇ ਜਦੋਂ ਗੋਬਿੰਦ ਗੁਣ ਨਿਤ ਸਾਰਿਆ। ਜਦੋਂ ਗੋਬਿੰਦ ਦੇ ਗੁਣਾਂ ਨੂੰ ਨਿਤ ਹੀ ਸੰਭਾਲਣਾ ਕਰੀਏ ਨਾ, ਉਦੋਂ ਹਮੇਸ਼ਾ ਸਦੀ ਵੀ ਸੁਖ ਦੀ ਪ੍ਰਾਪਤੀ ਹੁੰਦੀ ਹੈ। ਮਿਲ ਸੰਗ ਸੋਹੇ, ਦੇਖ ਮੋਹੇ, ਪੁਰਬ ਲਿਖਿਆ ਪਾਇਆ। ਪਿਛਲੇ ਕਰਮਾਂ ਦੇ ਅਨੁਸਾਰ ਹੀ ਸਾਧ ਸੰਗਤ ਜੀ ਰੱਬ ਦੀ ਪ੍ਰਾਪਤੀ ਹੁੰਦੀ ਹੈ। ਪਿਛਲੇ ਕਰਮਾਂ ਕਰਕੇ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਪਿਛਲੇ ਕਰਮਾਂ ਕਰਕੇ ਗੁਰਮੁਖਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਪਿਛਲੇ ਸ੍ਰੇਸ਼ਟ ਕਰਮਾਂ ਕਰਕੇ ਹੀ ਗੁਰੂ ਦੀ ਸੇਵਾ, ਗੁਰੂ ਦਾ ਸਿਮਰਨ ਪ੍ਰਾਪਤ ਹੁੰਦਾ ਹੈ। ਮਿਲ ਸੰਗ ਸੋਹੇ ਦੇਖ ਮੋਹੇ, ਇਹ ਗੁਰੂ ਮਹਾਰਾਜ ਮਿਲ ਸੰਗ ਸੋਹੇ, ਆਪ ਜੀ ਦੇ ਨਾਲ ਮਿਲ ਕਰਕੇ ਅਸੀਂ ਸੋਭਾ ਨੂੰ ਪ੍ਰਾਪਤ ਕਰਦੇ ਹਾਂ। ਦੇਖ ਮੋਹੇ, ਆਪ ਜੀ ਨੂੰ ਵੇਖ ਕਰਕੇ ਸਾਡਾ ਮਨ ਮੋਹਿਆ ਜਾਂਦਾ ਹੈ। ਪੁਰਬ ਲਿਖਿਆ ਪਾਇਆ, ਪਿਛਲੇ ਕਰਮਾਂ ਕਰਕੇ ਹੀ ਗੁਰਾਂ ਦੇ ਦਰਸ਼ਨ ਪ੍ਰਾਪਤ ਹੁੰਦੇ ਹਨ। ਬਿਨਵੰਤ ਨਾਨਕ ਸਰਣ ਤਿਨ ਕੀ, ਜਿਨੇ ਹਰ ਹਰ ਧਿਆਇਆ। ਜਿਨ੍ਹਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ, ਜੋ ਸਾਰਿਆਂ ਨੂੰ ਹਰਿਆ ਭਰਿਆ ਕਰਨ ਵਾਲਾ ਹੈ, ਉਹਦੇ ਤਾਈਂ ਜਿਨ੍ਹਾਂ ਨੇ ਆਰਾਧਨਾ ਕੀਤੀ ਹੈ, ਧਿਆਉਣਾ ਕੀਤਾ ਹੈ, ਗੁਰੂ ਮਹਾਰਾਜ ਕਹਿੰਦੇ ਨੇ, ਬੇਨਤੀ ਕਰਦੇ ਨੇ ਕਿ ਅਸੀਂ ਭਾਈ ਉਹਨਾਂ ਦੀ ਸ਼ਰਨ ਵਿੱਚ ਆਏ ਹਾਂ। ਅਸੀਂ ਵੀ ਅਰਦਾਸ ਕਰੀਏ, ਹੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ, ਹੇ ਬਾਲਾ ਪ੍ਰੀਤਮ ਜੀ, ਹੇ ਸਤਿਗੁਰੂ ਸਾਹਿਬ ਜੀ, ਅਸੀਂ ਆਪ ਜੀ ਦੀ ਚਰਨ ਸ਼ਰਨ ਵਿੱਚ ਆਏ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਡੇ ਅਵਗੁਣਾਂ ਨੂੰ ਨਾ ਤਿਆਗੋ। ਮਹਾਰਾਜ ਸੱਚੇ ਪਾਤਸ਼ਾਹ, ਸਾਡੇ ਅਵਗੁਣਾਂ ਦੀ ਵਿਚਾਰਨਾ ਕਰੋ। ਸਾਡੇ ਉੱਤੇ ਸ੍ਰੇਸ਼ਟ ਬੁੱਧੀ ਬਖਸ਼ ਕਰਕੇ, ਆਤਮ ਵਿਸ਼ਣੀ ਬੁੱਧੀ ਬਖਸ਼ ਕਰਕੇ, ਗੁਰਬਾਣੀ ਦੀ ਵਿਚਾਰ, ਗੁਰਬਾਣੀ ਦਾ ਗਿਆਨ ਸਾਡੇ ਹਿਰਦੇ ਵਿੱਚ ਵਸਾਓ, ਜਿਹਦੇ ਕਰਕੇ ਸਾਡਾ ਲੋਕ ਤੇ ਪਰਲੋਕ ਸਵਰ ਜਾਵੇ। 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਮਿਲ ਸੰਗ ਸੋਹੇ ਦੇਖ ਮੋਹੇ, ਪੁਰਬ ਲਿਖਿਆ ਪਾਇਆ। ਬਿਨਵੰਤ ਨਾਨਕ ਸਰਣ ਤਿਨ ਕੀ, ਜਿਨੇ ਹਰ ਹਰ ਧਿਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਮ ਪਹਿ